ਓਸ਼ੋ ਦਾ ਅਗਲਾ ਪ੍ਰਵਚਨ। ਇਸ ਲਈ ਮੈਂ ਤੁਹਾਨੂੰ 2-3 ਸੂਤਰ ਕਹਿੰਦਾ ਹਾਂ ਜਿਨ੍ਹਾਂ ਨਾਲ ਤੁਸੀਂ ਗਿਆਤ ਚੇਤੇ ਦਾ ਅਰਥ ਪੁੱਛਿਆ ਹੈ ਉਹ ਸਮਝ ਸਕੋ, ਪਰ ਉਸ ਨਾਲ ਪ੍ਰਯੋਗ ਤੁਹਾਥੋਂ ਨਹੀਂ ਹੋ ਸਕੇਗਾ। ਜਿਨ੍ਹਾਂ ਨੇ ਕਰਨਾ ਹੋਵੇ ਉਹਨਾਂ ਨੂੰ ਵੱਖਰੇ ਤੌਰ ਤੇ ਹੀ ਸੋਚਣਾ ਪਏਗਾ। ਪਹਿਲੀ ਤਾਂ ਗੱਲ ਇਹ ਹੈ ਕਿ ਜੇਕਰ ਜਾਤ ਚੇਤੇ ਵਿੱਚ ਉਤਰਨਾ ਹੋਵੇ, ਬੀਤੇ ਜਨਮ ਨੂੰ ਜਾਣਨਾ ਹੋਵੇ, ਤਾਂ ਪਹਿਲੀ ਜੋ ਲੋੜ ਹੈ ਚਿੱਤ ਦੀ, ਉਹ ਭਵਿੱਖ ਵੱਲ ਤੋਂ ਚਿੱਤ ਨੂੰ ਮੋੜਨਾ ਪੈਂਦਾ ਹੈ। ਸਾਡਾ ਚਿੱਤ ਭਵਿੱਖਗਾਮੀ ਹੈ। ਸਾਡਾ ਚਿੱਤ ਜੋ ਹੈ ਉਹ ਫਿਊਚਰ ਸੈਂਟਰਡ ਹੈ, ਆਮ ਤੌਰ ਤੇ ਅਤੀਤਗਾਮੀ ਨਹੀਂ ਹੈ। ਚਿੱਤ ਆਮ ਤੌਰ ਤੇ ਭਵਿੱਖ ਵੱਲ ਗਤੀ ਕਰਦਾ ਹੈ। ਚਿੱਤ ਦੀ ਜੋ ਧਾਰਾ ਹੈ ਉਹ ਭਵਿੱਖ ਵੱਲ ਨੂੰ ਹੈ ਤੇ ਜੀਵਨ ਦੇ ਹਿੱਤ ਵਿੱਚ ਇਹੀ ਹੈ ਕਿ ਚਿੱਤ ਭਵਿੱਖ ਵੱਲ ਨੂੰ ਹੋਵੇ, ਬੀਤੇ ਵੱਲ ਨੂੰ ਨਾ ਹੋਵੇ, ਕਿਉਂਕਿ ਬੀਤੇ ਤੋਂ ਹੁਣ ਕੀ ਲੈਣਾ ਦੇਣਾ, ਉਹ ਗਿਆ, ਉਹ ਜਾ ਚੁੱਕਿਆ ਹੈ। ਅਜੇ ਜੋ ਆਉਣ ਵਾਲਾ ਹੈ ਅਸੀਂ ਉਸ ਵੱਲ ਤਾਂਘਵਾਨ ਹਾਂ। ਇਸੇ ਲਈ ਤਾਂ ਅਸੀਂ ਜੋਤਸ਼ੀਆਂ ਪਾਸੋਂ ਪੁੱਛਦੇ ਫਿਰਦੇ ਹਾਂ ਕਿ ਕੱਲ ਕੀ ਹੋਣ ਵਾਲਾ ਹੈ, ਭਵਿੱਖ 'ਚ ਕੀ ਹੋਣ ਵਾਲਾ ਹੈ। ਭਵਿੱਖ ਦੇ ਪ੍ਰਤੀ ਅਸੀਂ ਤਾਂਘਵਾਨ ਹਾਂ ਕਿ ਕੀ ਹੋਣ ਵਾਲਾ ਹੈ। ਹੁਣ ਜਿਸ ਵਿਅਕਤੀ ਨੇ ਬੀਤਿਆ ਚੇਤੇ ਕਰਨਾ ਹੋਵੇ ਉਹਨੂੰ ਭਵਿੱਖ ਦੀ ਤਾਂਘ ਬਿਲਕੁਲ ਛੱਡ ਦੇਣੀ ਪੈਂਦੀ ਹੈ, ਕਿਉਂਕਿ ਚਿੱਤ ਦਾ ਜੋ ਫੋਕਸ ਹੈ, ਉਹਦੀ ਜੋ ਧਾਰਾ ਹੈ, ਜੇਕਰ ਭਵਿੱਖ ਵੱਲ ਵਗ ਰਹੀ ਹੈ, ਉਹਦੇ ਟਾਰਚ ਦੀ ਧਾਰਾ ਤਾਂ ਅਤੀਤ ਵੱਲ ਨਹੀਂ ਵਗ ਸਕਦੀ। ਤਾਂ ਪਹਿਲਾਂ ਤਾਂ ਕੰਮ ਇਹ ਕਰਨਾ ਪੈਂਦਾ ਹੈ ਕਿ ਭਵਿੱਖ ਮੁਖਤਾ ਬਿਲਕੁਲ ਤੋੜ ਦੇਣੀ ਪੈਂਦੀ ਹੈ। ਕੁਝ ਮਹੀਨਿਆਂ ਦੇ ਲਈ, ਇੱਕ ਨਿਸ਼ਚਿਤ ਸਮੇਂ ਦੇ ਲਈ, 6 ਮਹੀਨਿਆਂ ਦੇ ਲਈ ਭਵਿੱਖ ਨੂੰ ਨਹੀਂ ਸੋਚਾਂਗਾ। ਭਵਿੱਖ ਦਾ ਖਿਆਲ ਆ ਜਾਏਗਾ ਤਾਂ ਉਹਨੂੰ ਨਮਸਕਾਰ ਕਰ ਲਵਾਂਗਾ। ਭਵਿੱਖ ਦਾ ਭਾਵ ਆਏਗਾ ਤਾਂ ਮੈਂ ਉਸ ਵੱਲ ਨਹੀਂ ਵਹਾਂਗਾ। ਭਵਿੱਖ ਹੈ ਹੀ ਨਹੀਂ, ਅਜੇ 6 ਮਹੀਨੇ ਮੰਨ ਕੇ ਚੱਲਾਂਗਾ। ਸਿਰਫ ਅਤੀਤ ਹੀ ਹੈ ਤੇ ਪਿੱਛੇ ਵੱਲ ਵਹਾਂਗਾ। ਪਹਿਲੀ ਗੱਲ, ਜਿਵੇਂ ਹੀ ਭਵਿੱਖ ਟੁੱਟਦਾ ਹੈ, ਚਿੱਤ ਦੀ ਧਾਰਾ ਪਿੱਛੇ ਵੱਲ ਨੂੰ ਮੁੜਨੀ ਸ਼ੁਰੂ ਹੋ ਜਾਂਦੀ ਹੈ। ਫਿਰ ਪਿੱਛੇ ਵੱਲ ਪਹਿਲਾਂ ਤਾਂ ਇਸ ਜਨਮ 'ਚ ਪਿੱਛੇ ਵੱਲ ਮੁੜਨਾ ਪਏਗਾ। ਇੱਕਦਮ ਪਿਛਲੇ ਜਨਮ 'ਚ ਨਹੀਂ ਪਰਤਿਆ ਜਾ ਸਕਦਾ। ਇਸੇ ਜਨਮ 'ਚ ਪਿੱਛੇ ਵੱਲ ਪਰਤਣਾ ਪਏਗਾ। ਤਾਂ ਉਹਦੇ ਪ੍ਰਯੋਗ ਹਨ ਕਿ ਇਸ ਜਨਮ 'ਚ ਅਸੀਂ ਪਿੱਛੇ ਵੱਲ ਕਿਵੇਂ ਪਰਤੀਏ। ਜਿਵੇਂ ਕਿ ਮੈਂ ਕਿਹਾ ਕਿ 1 ਜਨਵਰੀ 1950 ਨੂੰ ਤੁਸੀਂ ਕੀ ਕੀਤਾ, ਇਹਦਾ ਤੁਹਾਨੂੰ ਕੋਈ ਪਤਾ ਨਹੀਂ ਹੈ, ਤਾਂ ਇਹਦਾ ਪ੍ਰਯੋਗ ਹੈ, ਇਹਨੂੰ ਜਾਣਿਆ ਜਾ ਸਕਦਾ ਹੈ। ਜਿਵੇਂ ਮੈਂ ਧਿਆਨ ਦੇ ਲਈ ਕਹਿਣਾ, ਅਜਿਹਾ ਧਿਆਨ ਕਰੋ। 10 ਮਿੰਟ ਦੇ ਬਾਅਦ ਜਦ ਧਿਆਨ 'ਚ ਚਿੱਤ ਚਲਾ ਜਾਵੇ, ਸਰੀਰ ਢਿੱਲਾ ਹੋ ਜਾਏ, ਸਾਹ ਢਿੱਲਾ ਹੋ ਜਾਏ, ਮਨ ਸ਼ਾਂਤ ਹੋ ਜਾਏ, ਬਸ ਇੱਕ ਹੀ ਗੱਲ ਚਿੱਤ 'ਚ ਰਹਿ ਜਾਏ ਕਿ 1 ਜਨਵਰੀ 1950 ਨੂੰ ਕੀ ਹੋਇਆ। ਬਸ ਇਹ ਇੱਕ ਹੀ ਗੱਲ ਚਿੱਤ 'ਚ ਰਹਿ ਜਾਏ, ਸਾਰਾ ਚਿੱਤ ਇਸ ਉੱਤੇ ਘੁੰਮਣ ਲੱਗੇ। 1 ਜਨਵਰੀ 1950 ਨੂੰ ਕੀ ਹੋਇਆ, 1 ਜਨਵਰੀ 1950 ਨੂੰ ਕੀ ਹੋਇਆ। ਬਸ ਚਿੱਤ ਦੇ ਚਾਰੇ ਪਾਸੇ ਗੂੰਜਦਾ ਹੋਇਆ ਇੱਕ ਹੀ ਸੁਰ ਰਹਿ ਜਾਵੇ ਤਾਂ ਤੁਸੀਂ 2-4 ਦਿਨਾਂ 'ਚ ਪਾਓਗੇ ਕਿ ਅਚਾਨਕ ਇੱਕ ਦਿਨ ਜਿਵੇਂ ਪਰਦਾ ਉੱਠ ਗਿਆ। 1 ਜਨਵਰੀ ਆ ਗਈ, ਸਵੇਰ ਤੋਂ ਸ਼ਾਮ ਤੱਕ ਇੱਕ ਚੀਜ਼ ਘੁੰਮ ਗਈ ਤੇ ਤੁਸੀਂ ਇਸ ਤਰ੍ਹਾਂ 1 ਜਨਵਰੀ ਦੇਖੀ ਜਿਹੀ ਤੁਸੀਂ ਉਸ ਦਿਨ ਵੀ ਨਹੀਂ ਦੇਖੀ ਹੋਏਗੀ, ਕਿਉਂਕਿ ਇੰਨਾ ਹੋਸ਼ ਤੁਸੀਂ ਉਸ ਦਿਨ ਵੀ ਨਹੀਂ ਰੱਖਿਆ ਹੋਏਗਾ ਜਿਸ ਦਿਨ 1 ਜਨਵਰੀ ਲੰਘੀ ਸੀ। ਇੰਨਾ ਹੋਸ਼ ਉਸ ਦਿਨ ਵੀ ਨਹੀਂ ਰਿਹਾ ਹੋਏਗਾ। ਤਾਂ ਪਹਿਲਾਂ ਇਸ ਜਨਮ 'ਚ ਪਿੱਛੇ ਪਰਤ ਕੇ ਪ੍ਰਯੋਗ ਕਰਨਾ ਪਏਗਾ। ਫਿਰ 5 ਸਾਲ ਤੱਕ ਪ੍ਰਯੋਗ ਨੂੰ ਲੈ ਜਾਣਾ ਬਹੁਤ ਸਰਲ ਹੈ। 5 ਸਾਲ ਦੀ ਉਮਰ ਤੱਕ ਪਿੱਛੇ ਪਰਤਣਾ ਬਹੁਤ ਸਰਲ ਹੈ, ਬਹੁਤ ਮੁਸ਼ਕਿਲ ਨਹੀਂ ਹੈ। ਪਰ 5 ਸਾਲ ਤੋਂ ਬਾਅਦ ਬੜੀ ਰੁਕਾਵਟ ਪੈਂਦੀ ਹੈ। ਇਸ ਲਈ ਆਮ ਤੌਰ ਤੇ ਸਾਡੀ ਯਾਦ 5 ਸਾਲ ਦੀ ਉਮਰ ਤੋਂ ਪਹਿਲਾਂ ਦੀ ਨਹੀਂ ਹੁੰਦੀ। ਪਿੱਛੇ ਤੋਂ ਪਿੱਛੇ ਦੀ ਯਾਦ ਲਗਭਗ 5 ਸਾਲ ਦੇ ਨੇੜੇ ਤੇੜੇ ਦੀ ਹੁੰਦੀ ਹੈ। ਹਾਂ, ਕੁਝ ਲੋਕਾਂ ਨੂੰ 3 ਸਾਲ ਤੱਕ ਹੋ ਸਕਦੀ ਹੈ, ਪਰ 3 ਸਾਲ ਤੋਂ ਪਹਿਲਾਂ ਤਾਂ ਬਹੁਤ ਮੁਸ਼ਕਿਲ ਗੱਲ ਹੋ ਜਾਂਦੀ ਹੈ। ਉੱਥੇ ਇੱਕਦਮ ਦੁਆਰ ਅਟਕ ਜਾਂਦਾ ਹੈ, ਜਿਵੇਂ ਸਭ ਬੰਦ ਹੋ ਗਿਆ ਹੈ ਉੱਥੇ ਤੱਕ। ਪਰ ਜੋ ਵਿਅਕਤੀ ਉਸ ਵਿੱਚ ਸਮਰੱਥ ਹੋ ਜਾਏਗਾ, 5 ਸਾਲ ਦੀ ਉਮਰ ਤੱਕ ਦੀ ਕਿਸੇ ਵੀ ਦਿਨ ਦੀ ਯਾਦ ਨੂੰ ਪੂਰਾ ਜਗਾਉਣ ਲੱਗੇਗਾ ਤੇ ਪੂਰੀ ਤਰ੍ਹਾਂ ਜਾਗਣ ਲੱਗਦੀ ਹੈ। ਫਿਰ ਉਹਨੂੰ ਇਸ ਤਰ੍ਹਾਂ ਜਾਂਚ ਕਰ ਲੈਣੀ ਚਾਹੀਦੀ ਹੈ, ਜਿਵੇਂ ਅੱਜ ਦਾ ਦਿਨ ਲੰਘ ਰਿਹਾ ਹੈ, ਅੱਜ ਦੇ ਦਿਨ ਦੀਆਂ ਕੁਝ ਗੱਲਾਂ ਨੋਟ ਕਰਕੇ ਤਾਲੇ 'ਚ ਬੰਦ ਕਰ ਦਿਓ। 2 ਸਾਲ ਬਾਅਦ ਅੱਜ ਦੇ ਦਿਨ ਨੂੰ ਯਾਦ ਕਰੋ, ਉਹ ਸਭ ਗੁਆਚ ਜਾਏਗਾ। ਅੱਜ ਦਾ ਦਿਨ ਤੇ ਯਾਦ ਕਰੋ, ਯਾਦ ਕਰਕੇ ਫਿਰ ਤਾਲਾ ਤੋੜੋ ਤੇ ਫਿਰ ਮੇਲ ਕਰੋ ਕਿ ਉਹ ਗੱਲ ਮੇਲ ਖਾ ਗਈ ਕਿ ਨਹੀਂ। ਤੇ ਤੁਸੀਂ ਹੈਰਾਨ ਹੋਗੇ ਕਿ ਜਿੰਨੀਆਂ ਗੱਲਾਂ ਤੁਸੀਂ ਲਿਖੀਆਂ ਸੀ ਉਹਨਾਂ ਨਾਲੋਂ ਬਹੁਤ ਜ਼ਿਆਦਾ ਗੱਲਾਂ ਹੋਰ ਵੀ ਯਾਦ ਆ ਗਈਆਂ ਜੋ ਤੁਸੀਂ ਉਸ ਦਿਨ ਵੀ ਨੋਟ ਨਹੀਂ ਕਰ ਪਾਏ ਸੀ। ਉਹ ਤਾਂ ਸਾਰੀਆਂ ਗੱਲਾਂ ਯਾਦ ਆ ਹੀ ਜਾਣਗੀਆਂ। ਇਸ ਨੂੰ ਬੁੱਧ ਨੇ ਨਾਂ ਦਿੱਤਾ ਹੈ ਆਲਯ ਵਿਗਿਆਨ। ਮਨੁੱਖ ਦੇ ਮਨ ਦਾ ਇੱਕ ਕੋਨਾ ਹੈ ਜਿਹਨੂੰ ਉਹਨਾਂ ਨੇ
ਆਲਿਆ ਵਿਗਿਆਨ ਕੀ ਹੈ? ਆਲਿਆ ਵਿਗਿਆਨ ਦਾ ਮਤਲਬ ਹੁੰਦਾ ਹੈ ਸਟੋਰ ਹਾਊਸ ਆਫ ਕੌਨਸ਼ੀਅਸਨੈਸ। ਜਿਵੇਂ ਘਰ 'ਚ ਇੱਕ ਕਬਾੜਖਾਨਾ ਹੁੰਦਾ ਹੈ ਜਿੱਥੇ ਅਸੀਂ ਸਭ ਬੇਕਾਰ ਗਈਆਂ ਚੀਜ਼ਾਂ ਨੂੰ ਰੱਖਦੇ ਚਲੇ ਜਾਂਦੇ ਹਾਂ। ਅਜਿਹਾ ਚਿੱਤ ਦੀਆਂ ਯਾਦਾਂ ਨੂੰ ਸੰਗ੍ਰਹਿ ਕਰਨ ਵਾਲਾ ਇੱਕ ਸਟੋਰ ਹਾਊਸ ਹੈ ਜਿੱਥੇ ਸਭ ਚੀਜ਼ਾਂ ਜਮ੍ਹਾਂ ਹੁੰਦੀਆਂ ਚਲੀਆਂ ਜਾਂਦੀਆਂ ਹਨ, ਜਨਮਾਂ ਜਨਮਾਂ ਦੀਆਂ। ਉਹ ਕਦੇ ਉੱਥੋਂ ਹਟਦੀਆਂ ਹੀ ਨਹੀਂ, ਕਿਉਂਕਿ ਕਦੇ ਲੋੜ ਪੈ ਜਾਏ ਉਹਨਾਂ ਦੀ, ਇਸ ਲਈ ਉਹ ਉੱਥੇ ਜਮ੍ਹਾਂ ਹੁੰਦੀਆਂ ਹਨ। ਸਰੀਰ ਬਦਲ ਜਾਂਦਾ ਹੈ ਪਰ ਉਹ ਸਟੋਰ ਹਾਊਸ ਸਾਡੇ ਨਾਲ ਚੱਲਦਾ ਹੈ। ਕਦ ਲੋੜ ਪੈ ਜਾਏਗੀ ਉਹਦੀ ਕੁਝ ਕਿਹਾ ਨਹੀਂ ਜਾ ਸਕਦਾ। ਤੇ ਜ਼ਿੰਦਗੀ 'ਚ ਜੋ ਜੋ ਅਸੀਂ ਕੀਤਾ ਹੈ, ਜੋ ਜੋ ਅਸੀਂ ਜੀਵਿਆ, ਜੋ ਜੋ ਭੋਗਿਆ, ਜੋ ਜੋ ਜਾਣਿਆ, ਉਹ ਸਭ ਉੱਥੇ ਜਮ੍ਹਾਂ ਹੈ। ਤਾਂ ਫਿਰ ਜਿਸ ਵਿਅਕਤੀ ਨੂੰ ਇਹ 5 ਸਾਲ ਤੱਕ ਯਾਦ ਆਉਣ ਲੱਗੇ ਉਹ 5 ਸਾਲ ਦੇ ਪਿੱਛੇ ਉਤਰ ਸਕਦਾ ਹੈ। ਕਠਿਨਾਈ ਨਹੀਂ ਹੈ ਬਹੁਤੀ, ਪਰ ਯੋਗ ਹੀ ਰਹੇਗਾ 5 ਸਾਲ ਦੇ ਪਿੱਛੇ ਉਤਰਨ ਦਾ। 5 ਸਾਲ ਦੇ ਪਿੱਛੇ ਫਿਰ ਇੱਕ ਦਰਵਾਜ਼ਾ ਹੈ ਜੋ ਉੱਥੋਂ ਤੱਕ ਲੈ ਜਾਏਗਾ ਜਿੱਥੋਂ ਤੱਕ ਜਨਮ ਹੋਇਆ, ਪ੍ਰਿਥਵੀ ਦੇ ਆਉਣਾ ਹੋਇਆ। ਫਿਰ ਇੱਕ ਕਠਿਨਾਈ ਮਾਲੂਮ ਹੁੰਦੀ ਹੈ ਕਿਉਂਕਿ ਮਾਂ ਦੇ ਪੇਟ ਦੀਆਂ ਯਾਦਾਂ ਵੀ ਹਨ, ਉਹ ਵੀ ਮਿਟਦੀਆਂ ਨਹੀਂ, ਉਸ 'ਚ ਵੀ ਪ੍ਰਵੇਸ਼ ਕੀਤਾ ਜਾ ਸਕਦਾ ਹੈ। ਤੇ ਤਦ ਉਸ ਛਿਨ ਤੱਕ ਪਹੁੰਚਿਆ ਜਾ ਸਕਦਾ ਹੈ ਜਿਸ ਛਿਨ ਕੰਸੈਪਸ਼ਨ ਹੁੰਦਾ ਹੈ, ਜਿਸ ਛਿਨ ਮਾਂ ਤੇ ਪਿਤਾ ਦੇ ਅਣੂ ਮਿਲਦੇ ਹਨ ਤੇ ਆਤਮਾ ਪ੍ਰਵੇਸ਼ ਕਰਦੀ ਹੈ। ਤੇ ਉੱਥੋਂ ਤੱਕ ਪਹੁੰਚ ਜਾਣ ਤੋਂ ਬਾਅਦ ਹੀ ਫਿਰ ਪਿਛਲੇ ਜਨਮਾਂ 'ਚ ਉਤਰਿਆ ਜਾ ਸਕਦਾ ਹੈ, ਸਿੱਧਾ ਨਹੀਂ ਉਤਰਿਆ ਜਾ ਸਕਦਾ। ਇੰਨੀ ਯਾਤਰਾ ਪਿੱਛੇ ਕਰਨੀ ਪਵੇ ਤਦ ਪਿਛਲੇ ਜਨਮ ਵਿੱਚ ਵੀ ਖਿਸਕਿਆ ਜਾ ਸਕਦਾ ਹੈ। ਪਿਛਲੇ ਜਨਮ 'ਚ ਖਿਸਕਣ ਤੇ ਪਹਿਲਾ ਚੇਤਾ ਜੋ ਆਏਗਾ ਉਹ ਅੰਤਿਮ ਘਟਨਾ ਦਾ ਆਏਗਾ। ਧਿਆਨ ਰਹੇ, ਜਿਵੇਂ ਕਿ ਅਸੀਂ ਕਿਸੇ ਫਿਲਮ ਨੂੰ ਉਲਟੀ ਚਲਾਈਏ ਤਾਂ ਸਮਝ ਨਹੀਂ ਆਏਗੀ ਇੱਕਦਮ। ਜੇਕਰ ਕਿਸੇ ਫਿਲਮ ਦੀ ਰੀਲ ਨੂੰ ਉਲਟੀ ਚਲਾਈਏ ਤਾਂ ਸਮਝ ਨਹੀਂ ਆਏਗੀ, ਜਾਂ ਕੋਈ ਬੰਦਾ ਕਿਸੇ ਨੋਵਲ ਨੂੰ ਉਲਟਾ ਪੜ੍ਹੇ ਤਾਂ ਸਮਝ ਬਿਲਕੁਲ ਨਹੀਂ ਆਏਗਾ, ਬਹੁਤ ਮੁਸ਼ਕਿਲ 'ਚ ਪੈ ਜਾਏਗਾ। ਇਸ ਲਈ ਪਹਿਲੀ ਵਾਰ ਪਿੱਛੇ ਵੱਲ ਪਰਤਣ ਤੇ ਕੁਝ ਵੀ ਸਮਝ 'ਚ ਨਹੀਂ ਆਏਗਾ ਕਿਉਂਕਿ ਬਿਲਕੁਲ ਉਲਟਾ ਹੈ। ਘਟਨਾ ਦੇ ਵਾਪਰਨ ਦਾ ਜੋ ਕ੍ਰਮ ਸੀ ਉਸ ਨਾਲੋਂ ਇਹ ਬਿਲਕੁਲ ਉਲਟਾ ਕ੍ਰਮ ਹੈ। ਜੇਕਰ ਤੁਸੀਂ ਪਿੱਛੇ ਪਰਤੋਗੇ ਤਾਂ ਜਨਮ ਪਹਿਲਾਂ ਆਏਗਾ ਇਸ ਜਨਮ ਦਾ ਤੇ ਮੌਤ ਬਾਅਦ 'ਚ ਆਏਗੀ ਪਿਛਲੇ ਜਨਮ ਦੀ। ਮੌਤ ਪਹਿਲਾਂ ਆਏਗੀ, ਬੁਢਾਪਾ ਪਹਿਲਾਂ ਆਏਗਾ, ਫਿਰ ਜਵਾਨੀ ਆਏਗੀ, ਫਿਰ ਬਚਪਨ ਆਏਗਾ, ਫਿਰ ਜਨਮ ਆਏਗਾ। ਤਾਂ ਉਲਟਾ ਕ੍ਰਮ ਹੋਏਗਾ ਤੇ ਉਲਟੇ ਕ੍ਰਮ 'ਚ ਪਛਾਣਨਾ ਬਹੁਤ ਮੁਸ਼ਕਿਲ ਹੋਏਗਾ। ਇਸ ਲਈ ਪਹਿਲੀ ਵਾਰ ਚੇਤਾ ਆ ਜਾਣ ਤੇ ਬੜੀ ਬੇਚੈਨੀ ਤੇ ਤਕਲੀਫ ਸ਼ੁਰੂ ਹੁੰਦੀ ਹੈ ਕਿਉਂਕਿ ਪਛਾਣਨਾ ਮੁਸ਼ਕਿਲ ਹੁੰਦਾ ਹੈ ਕਿ ਇਹ ਕੀ ਹੋ ਰਿਹਾ। ਜਿਵੇਂ ਕੋਈ ਬੰਦਾ ਤੈਅ ਕਰ ਲਏ ਕਿ ਮੈਂ ਨੋਵਲ ਨੂੰ ਉਲਟਾ ਪੜਾਂਗਾ ਜਾਂ ਫਿਲਮ ਨੂੰ ਉਲਟਾ ਦੇਖਾਂਗਾ ਤਾਂ ਬਹੁਤ ਕਠਿਨਾਈ 'ਚ ਪੈ ਜਾਏਗਾ। 10-25 ਵਾਰ ਵੇਖ ਕੇ ਸ਼ਾਇਦ ਉਹ ਠੀਕ ਜਮਾ ਪਾਵੇ ਕਿ ਇਹ ਇਸ ਤਰ੍ਹਾਂ ਘਟਨਾ ਵਾਪਰੀ ਹੋਏਗੀ। ਇਸ ਲਈ ਪਿਛਲੇ ਜਨਮ ਦੀ ਯਾਦ ਦੀ ਜੋ ਸਭ ਤੋਂ ਵੱਡੀ ਮੁਸ਼ੱਕਤ ਹੈ ਉਹ ਹੈ ਉਲਟੇ 'ਚ ਦੇਖਣਾ ਪਏਗਾ ਉਹਨੂੰ ਜੋ ਸਿੱਧੇ 'ਚ ਵਾਪਰਿਆ ਸੀ। ਤੇ ਸਿੱਧਾ ਉਲਟਾ ਕੀ ਹੈ, ਸਾਡੇ ਆਉਣ ਜਾਣ ਦਾ ਸਵਾਲ ਹੈ। ਬੀਜ ਨੂੰ ਅਸੀਂ ਬੀਜਦੇ ਹਾਂ, ਅਖੀਰ 'ਚ ਫੁੱਲ ਆਉਂਦਾ ਹੈ। ਜੇਕਰ ਉਲਟਾ ਮੁੜਨਾ ਪਏ ਤੇ ਪਹਿਲਾਂ ਫੁੱਲ ਆ ਜਾਏਗਾ, ਫਿਰ ਕਲੀ ਆਏਗੀ, ਫਿਰ ਪੌਦਾ ਆਏਗਾ, ਫਿਰ ਪੱਤੇ ਆਉਣਗੇ, ਫਿਰ ਸੁੰਗੜ ਕੇ ਛੋਟਾ ਅੰਕੁਰ ਰਹਿ ਜਾਏਗਾ ਤੇ ਫਿਰ ਬੀਜ ਆਏਗਾ। ਤੇ ਇਸ ਉਲਟੇ ਕ੍ਰਮ ਦਾ ਸਾਨੂੰ ਕੋਈ ਬੋਧ ਨਹੀਂ ਹੁੰਦਾ। ਇਸ ਲਈ ਪਿਛਲੇ ਜਨਮ ਦੀ ਯਾਦ ਦੇ ਆ ਜਾਣ ਤੇ ਵੀ ਵਿਵਸਥਿਤ ਕਰਨ 'ਚ ਬਹੁਤ ਸਮਾਂ ਲੱਗ ਜਾਂਦਾ ਹੈ। ਸਾਫ਼ ਵਿਵਸਥਿਤ ਕਰਨ 'ਚ ਕਿ ਕਿਹੋ ਜਿਹੀ ਘਟਨਾ ਵਾਪਰੀ ਹੋਏਗੀ, ਉਹਦਾ ਕੀ ਸਿਲਸਿਲਾ ਰਿਹਾ ਹੋਏਗਾ। ਹੁਣ ਇਹ ਬਹੁਤ ਅਜੀਬ ਗੱਲ ਹੈ ਕਿ ਨਾ ਮੌਤ ਪਹਿਲਾਂ ਆਏਗੀ, ਨਾ ਕਿ ਮੌਤ ਪਹਿਲਾਂ ਆਏਗੀ, ਫਿਰ ਬੁਢਾਪਾ ਆਏਗਾ, ਫਿਰ ਬਿਮਾਰੀ ਆਏਗੀ, ਫਿਰ ਜਵਾਨੀ ਆਏਗੀ। ਚੀਜ਼ਾਂ ਉਲਟੀਆਂ ਵਾਪਰਨੀਆਂ। ਯਾਨੀ ਕਿਸੇ ਨਾਲ ਜੇਕਰ ਅਸੀਂ ਵਿਆਹ ਕਰਵਾਇਆ ਹੋਏਗਾ, ਤਲਾਕ ਦਿੱਤਾ ਹੋਏਗਾ, ਤਲਾਕ ਪਹਿਲਾਂ ਆਏਗਾ, ਫਿਰ ਪ੍ਰੇਮ ਹੋਏਗਾ, ਫਿਰ ਵਿਆਹ ਹੋਏਗਾ। ਤਾਂ ਇਸ ਉਲਟੇ ਕ੍ਰਮ 'ਚ ਉਹਨੂੰ ਸਮਝ ਪਾਉਣਾ ਇੱਕਦਮ ਮੁਸ਼ਕਿਲ ਹੋ ਜਾਏਗਾ ਕਿਉਂਕਿ ਸਾਡੇ ਚਿੱਤ ਦੀ ਸਮਝਣ ਦਾ ਕ੍ਰਮ ਇੱਕ ਪਾਸੇ ਹੈ, ਇੱਕੋ ਦਿਸ਼ਾ 'ਚ ਹੈ, 1 ਡਾਇਮੈਂਸ਼ਨਲ। ਤੇ ਚਿੱਤ ਦੇ ਸਮਝਣ ਦਾ ਜੋ ਆਯਾਮ ਹੈ ਉਹ ਇੱਕ ਦਿਸ਼ਾ 'ਚ ਹੈ ਤੇ ਉਲਟਾ ਦੇਖਣਾ ਬਹੁਤ ਹੀ ਮੁਸ਼ਕਿਲ ਮਾਮਲਾ ਹੈ। ਤੇ ਜੇਕਰ ਅਸੀਂ ਉਲਟਾ ਦੇਖ ਸਕੀਏ ਤਾਂ ਅਸੀਂ ਬਹੁਤ ਹੈਰਾਨ ਹੋਵਾਂਗੇ ਕਿਉਂਕਿ ਤਲਾਕ ਜੇਕਰ ਪਹਿਲਾਂ ਹੋ ਜਾਏ, ਫਿਰ ਪ੍ਰੇਮ ਹੋਵੇ, ਫਿਰ ਵਿਆਹ ਹੋਵੇ ਤਾਂ ਸਾਨੂੰ ਚੀਜ਼ਾਂ ਪਹਿਲੀ ਵਾਰ ਦਿਖਾਈ ਪੈਣਗੀਆਂ ਕਿ ਇਹ ਤਾਂ ਬਹੁਤ ਹੈਰਾਨੀ ਦੀ ਗੱਲ ਹੈ। ਤਦ ਸਾਨੂੰ ਦਿਖਾਈ ਪਏਗਾ ਕਿ ਤਲਾਕ ਹੋਣਾ ਤਾਂ ਬਿਲਕੁਲ ਲਾਜ਼ਮੀ ਸੀ। ਜਿਸ ਤਰ੍ਹਾਂ ਦਾ ਪ੍ਰੇਮ ਹੋਇਆ ਸੀ ਉਸ 'ਚ ਤਲਾਕ ਹੋਣ ਹੀ ਵਾਲਾ ਸੀ, ਜਿਸ ਤਰ੍ਹਾਂ ਦਾ ਵਿਆਹ ਹੋਇਆ ਸੀ ਉਹਦਾ ਤਲਾਕ ਹੀ ਨਤੀਜਾ ਸੀ। ਪਰ ਜਦ ਅਸੀਂ ਵਿਆਹ ਕੀਤਾ ਸੀ ਤਦ ਅਸੀਂ ਸੋਚਿਆ ਵੀ ਨਹੀਂ ਸੀ ਕਿ ਇਸ 'ਚ ਤਲਾਕ ਹੋ ਸਕਦਾ, ਪਰ ਤਲਾਕ ਉਸੇ ਵਿਆਹ ਦਾ ਫਲ ਸੀ। ਤੇ ਜਦ ਅਸੀਂ ਇਸ ਗੱਲ ਨੂੰ ਪੂਰੀ ਤਰ੍ਹਾਂ ਵੇਖ ਲਵਾਂਗੇ ਤਾਂ ਅੱਜ ਪ੍ਰੇਮ ਕਰਨਾ ਬਹੁਤ ਹੋਰ ਗੱਲ ਹੋ ਜਾਏਗੀ ਕਿਉਂਕਿ ਉਸ 'ਚ ਤਲਾਕ ਸਾਨੂੰ ਪਹਿਲਾਂ ਤੋਂ ਦਿਖਾਈ ਪੈ ਸਕਦਾ, ਉਸ 'ਚ ਦੋਸਤੀ ਕਰਨ ਤੋਂ ਪਹਿਲਾਂ ਦੁਸ਼ਮਣੀ ਦੀ ਆਮਦ ਦਿਖਾਈ ਪੈ ਸਕਦੀ ਹੈ। ਜੋ ਮੈਂ ਕਹਿ ਰਿਹਾ ਕਿ ਪਿਛਲੇ ਜਨਮ ਦੀ ਯਾਦ ਇਸ ਜਨਮ ਨੂੰ ਖਿੰਡਾ ਪੁੰਡਾ ਦੇਏਗੀ ਇੱਕਦਮ ਨਾਲ, ਕਿਉਂਕਿ ਤੁਸੀਂ ਫਿਰ ਉਸ ਤਰ੍ਹਾਂ ਨਹੀਂ ਜੀ ਸਕੋਗੇ ਜਿਵੇਂ ਤੁਸੀਂ
ਪਿਛਲੇ ਜਨਮ 'ਚ ਜੀਵੇ ਸੀ। ਉਸ ਵਾਰ ਅਜਿਹਾ ਲੱਗਿਆ ਸੀ ਕਿ ਅਜੇ ਵੀ ਅਜਿਹਾ ਲੱਗ ਰਿਹਾ ਹੈ, ਅਜੇ ਵੀ ਅਜਿਹਾ ਲੱਗ ਰਿਹਾ ਹੈ ਕਿ ਧਨ ਇਕੱਠਾ ਕਰਦੇ ਜਾ ਰਹੇ ਹਾਂ, ਧਨ ਇਕੱਠਾ ਕਰਦੇ ਜਾ ਰਹੇ ਹਾਂ, ਧਨ ਇਕੱਠਾ ਕਰਦੇ ਜਾ ਰਹੇ ਹਾਂ, ਤਾਂ ਬੜੀ ਸਫਲਤਾ ਮਿਲ ਜਾਏਗੀ, ਬੜਾ ਆਨੰਦ ਮਿਲ ਜਾਏਗਾ। ਉਸ 'ਚ ਉਲਟਾ ਦਿਖਾਈ ਪਏਗਾ, ਉਸ 'ਚ ਦਿਖਾਈ ਪਏਗਾ ਕਿ ਦੁੱਖ ਮਿਲਿਆ, ਫਿਰ ਧਨ ਇਕੱਠਾ ਕਰ ਰਹੇ ਹਾਂ, ਹੋਰ ਧਨ ਇਕੱਠਾ ਕਰ ਰਹੇ ਹਾਂ। ਦੁੱਖ ਮਿਲਣਾ ਪਹਿਲਾਂ ਦਿਖਾਈ ਪਏਗਾ, ਧਨ ਇਕੱਠਾ ਕਰਨਾ ਪਿੱਛੋਂ ਦਿਖਾਈ ਪਏਗਾ। ਤਦ ਇਹ ਸਾਫ਼ ਦਿਖਾਈ ਪੈ ਜਾਏਗਾ ਕਿ ਉਹ ਧਨ ਇਕੱਠਾ ਕਰਨਾ ਸੁੱਖ 'ਚ ਲੈ ਜਾਣ ਦਾ ਆਧਾਰ ਨਹੀਂ ਸੀ, ਉਹ ਲੈ ਗਿਆ ਦੁੱਖ 'ਚ। ਦੋਸਤ ਬਣਾਉਣਾ ਦੁਸ਼ਮਣ ਬਣਾਉਣ 'ਚ ਲੈ ਗਿਆ। ਜਿਹਨੂੰ ਅਸੀਂ ਪ੍ਰੇਮ ਕਰਨਾ ਚਾਹੁੰਦੇ ਸੀ ਉਹ ਘਿਰਨਾ 'ਚ ਲੈ ਗਿਆ। ਜਿਹਨੂੰ ਅਸੀਂ ਮਿਲਾਪ ਕਹਿੰਦੇ ਸੀ ਉਹ ਬਿਰੋਂ 'ਚ ਲੈ ਗਿਆ। ਤਦ ਚੀਜ਼ਾਂ ਆਪਣੇ ਪੂਰੇ ਅਰਥ 'ਚ ਪ੍ਰਗਟ ਹੋਣਗੀਆਂ ਤੇ ਉਹ ਅਰਥ ਸਾਡੀ ਇਸ ਜ਼ਿੰਦਗੀ ਦੇ ਜੀਣ ਨੂੰ ਇੱਕਦਮ ਬਦਲ ਦੇਵੇਗਾ। ਇੱਕਦਮ ਬਦਲ ਦੇਵੇਗਾ, ਕਿਉਂਕਿ ਤਦ ਬੜੀ ਹੋਰ ਵੀ ਗੱਲ ਹੋ ਜਾਏਗੀ। ਇੱਕ ਫਕੀਰ ਦੇ ਸੰਬੰਧ 'ਚ ਮੈਂ ਸੁਣਿਆ ਹੈ, ਕੋਈ ਆਦਮੀ ਉਸ ਕੋਲ ਗਿਆ, ਉਹਨੇ ਉਹਨੂੰ ਕਿਹਾ ਕਿ ਬੜੀ ਕਿਰਪਾ ਹੋਏਗੀ, ਮੈਂ ਤੁਹਾਡਾ ਸ਼ਾਗਿਰਦ ਬਣਨਾ ਚਾਹੁੰਦਾ। ਤਾਂ ਉਸ ਫਕੀਰ ਨੇ ਕਿਹਾ ਕਿ ਹੁਣ ਸ਼ਾਗਿਰਦ ਨਹੀਂ ਬਣਾਵਾਂਗਾ। ਉਸ ਆਦਮੀ ਨੇ ਪੁੱਛਿਆ ਕਿਉਂ ਨਾ ਬਣਾਓਗੇ? ਉਹਨੇ ਕਿਹਾ ਪਿਛਲੇ ਜਨਮ 'ਚ ਬਣਾਈ ਸੀ, ਪਰ ਜਿਨ੍ਹਾਂ ਨੂੰ ਸ਼ਾਗਿਰਦ ਬਣਾਇਆ ਸੀ ਉਹੀ ਪਿੱਛੋਂ ਦੁਸ਼ਮਣ ਬਣ ਗਏ। ਹੁਣ ਮੈਂ ਦੇਖ ਚੁੱਕਿਆ ਘਟਨਾ ਨੂੰ, ਤੇ ਹੁਣ ਮੈਂ ਜਾਣਦਾ ਕਿ ਸ਼ਾਗਿਰਦ ਬਣਾਉਣਾ ਯਾਨੀ ਦੁਸ਼ਮਣ ਬਣਾਉਣਾ, ਮਿੱਤਰ ਤੈਅ ਕਰਨਾ ਯਾਨੀ ਦੁਸ਼ਮਣੀ ਦੇ ਬੀਜ ਬੀਜਣਾ। ਤਾਂ ਉਹਨੇ ਕਿਹਾ ਹੁਣ ਮੈਂ ਦੁਸ਼ਮਣ ਕਿਸੇ ਨੂੰ ਨਹੀਂ ਬਣਾਉਣਾ ਚਾਹੁੰਦਾ, ਇਸ ਲਈ ਦੋਸਤ ਵੀ ਨਹੀਂ ਬਣਾਉਂਦਾ, ਤੇ ਹੁਣ ਕਿਸੇ ਨੂੰ ਦੁਸ਼ਮਣ ਨਹੀਂ ਬਣਾਉਣਾ, ਇਸ ਲਈ ਦੋਸਤੀ ਵੀ ਨਹੀਂ ਕਰਦਾ। ਹੁਣ ਮੈਂ ਜਾਣ ਲਿਆ ਇਕੱਲਾ ਹੋਣਾ ਹੀ ਕਾਫੀ ਹੈ। ਬੁੱਧ ਨੇ ਕਿਹਾ ਪਿਆਰੇ ਦੇ ਮਿਲਣ ਤੇ ਖੁਸ਼ੀ ਹੁੰਦੀ ਹੈ, ਅਣਪਿਆਰੇ ਦੇ ਵਿਛੜਨ ਤੇ ਖੁਸ਼ੀ ਹੁੰਦੀ ਹੈ। ਪਿਆਰੇ ਦੇ ਵਿਛੜਨ ਤੇ ਦੁੱਖ ਹੁੰਦਾ, ਅਣਪਿਆਰੇ ਦੇ ਮਿਲਣ ਤੇ ਦੁੱਖ ਹੁੰਦਾ। ਅਜਿਹਾ ਦੇਖਿਆ ਸੀ, ਅਜਿਹਾ ਸਮਝਿਆ ਸੀ, ਪਰ ਇਹ ਬਹੁਤ ਬਾਅਦ 'ਚ ਸਮਝ ਆ ਸਕਿਆ ਕਿ ਜਿਹਨੂੰ ਅਸੀਂ ਪਿਆਰਾ ਕਹਿੰਦੇ ਹਾਂ ਉਹੀ ਅਣਪਿਆਰਾ ਬਣ ਜਾਂਦਾ ਹੈ, ਤੇ ਜਿਹਨੂੰ ਅਸੀਂ ਅਣਪਿਆਰਾ ਕਹਿੰਦੇ ਹਾਂ ਉਹੀ ਪਿਆਰਾ ਵੀ ਬਣ ਸਕਦਾ ਹੈ। ਪਰ ਜੇਕਰ ਪਿਛਲੀਆਂ ਯਾਦਾਂ ਆ ਜਾਣ ਤਾਂ ਇਹ ਹਾਲਤਾਂ ਬਹੁਤ ਬਦਲ ਜਾਣਗੀਆਂ, ਬਹੁਤ ਵੱਖਰੀਆਂ ਹੋ ਜਾਣਗੀਆਂ। ਇਹ ਯਾਦ ਸੰਭਵ ਹੈ, ਜ਼ਰੂਰੀ ਨਹੀਂ। ਸੰਭਵ ਹੈ, ਲਾਜ਼ਮੀ ਨਹੀਂ। ਕਦੇ ਕਦੇ ਤਾਂ ਧਿਆਨ ਕਰਦੇ ਕਰਦੇ ਅਚਨਚੇਤ ਰੂਪ ਨਾਲ ਵੀ ਟੁੱਟ ਪੈਂਦੀ ਹੈ। ਕੋਈ ਪ੍ਰਯੋਗ ਬਿਨਾਂ ਕੀਤਿਆਂ ਵੀ, ਤੇ ਜੇਕਰ ਧਿਆਨ ਕਰਦੇ ਕਰਦੇ ਅਚਨਚੇਤ ਰੂਪ ਨਾਲ ਪ੍ਰਗਟ ਵੀ ਹੋ ਜਾਏ ਤਦ ਵੀ ਉਸ 'ਚ ਬਹੁਤੀ ਰੁਚੀ ਨਾ ਲੈਣਾ, ਦੇਖ ਲੈਣਾ ਤੇ ਸਾਖਸ਼ੀ ਭਾਵ ਹੀ ਰੱਖਣਾ, ਕਿਉਂਕਿ ਆਮ ਤੌਰ ਤੇ ਚਿੱਤ ਦੀ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਇੰਨੇ ਉਪਦਰਾਂ ਨੂੰ, ਇੰਨੇ ਅਨੰਤ ਉਪਦਰਾਂ ਨੂੰ ਇਕੱਠਾ ਝੱਲ ਸਕੇ। ਇੱਕ ਲੜਕੀ ਨੂੰ ਮੇਰੇ ਕੋਲ ਲਿਆਇਆ ਗਿਆ ਸੀ। ਉਹਦੀ ਉਮਰ ਕੋਈ 12 ਸਾਲ ਸੀ। ਉਹਨੂੰ 3 ਜਨਮਾਂ ਦਾ ਚੇਤਾ ਸੀ, ਅਚਨਚੇਤ ਤੌਰ ਤੇ। ਕੋਈ ਪ੍ਰਯੋਗ ਨਹੀਂ ਕੀਤਾ ਉਹਨੇ। ਕਈ ਵਾਰ ਅਚਨਚੇਤ ਤੌਰ ਤੇ ਕੁਝ ਕਾਰਨਾਂ ਕਰਕੇ ਭੁੱਲ ਹੋ ਜਾਂਦੀ ਹੈ। ਇਹ ਭੁੱਲ ਹੀ ਹੈ ਕੁਦਰਤ ਦੀ, ਇਹ ਕੋਈ ਕਿਰਪਾ ਨਹੀਂ ਹੈ ਉਹਦੇ ਉੱਤੇ। ਇਸ ਵਿੱਚ ਕੁਦਰਤੀ ਰੂਪ ਨਾਲ ਕੁਝ ਗਲਤੀ ਹੋ ਗਈ। ਜਿਵੇਂ ਕਿਸੇ ਵਿਅਕਤੀ ਨੂੰ 3 ਅੱਖਾਂ ਆ ਜਾਣ ਜਾਂ 4 ਹੱਥ ਆ ਜਾਣ, ਉਹ ਭੁੱਲ ਹੈ। ਤੇ 4 ਹੱਥ 2 ਹੱਥਾਂ ਨਾਲੋਂ ਘੱਟ ਤਾਕਤਵਰ ਹੁੰਦੇ ਹਨ। 4 ਹੱਥ ਉਹਨਾਂ ਕੰਮ ਨਹੀਂ ਕਰ ਪਾਉਂਦੇ ਜਿੰਨਾ 2 ਹੱਥ ਕਰ ਪਾਉਂਦੇ ਹਨ। 4 ਹੱਥ ਕਮਜ਼ੋਰ ਕਰ ਜਾਂਦੇ ਹਨ, ਸਰੀਰ ਨੂੰ ਸ਼ਕਤੀਸ਼ਾਲੀ ਨਹੀਂ ਕਰ ਜਾਂਦੇ। ਤੇ ਮੇਰੇ ਕੋਲ ਲਿਆਈ ਗਈ ਸੀ, 12 ਸਾਲ ਉਮਰ ਹੋਏਗੀ ਉਹਦੀ। ਉਹਨੂੰ 3 ਜਨਮਾਂ ਦਾ ਚੇਤਾ ਹੈ। ਇਸ ਸੰਬੰਧ ਵਿੱਚ ਬਹੁਤ ਖੋਜਬੀਨ ਹੋਈ। ਪਿਛਲੇ ਜਨਮ 'ਚੋਂ ਜਿੱਥੇ ਮੈਂ ਰਹਿੰਦਾ ਉੱਥੋਂ ਕੋਈ 80 ਮੀਲ ਦੂਰ ਜਿਸ ਘਰ 'ਚ ਸੀ, ਉਸ ਘਰ 'ਚੋਂ 40 ਸਾਲ ਦੀ ਹੋ ਕੇ ਮਰੀ। ਉਸ ਘਰ ਦੇ ਲੋਕ ਹੁਣ ਵੀ ਮੇਰੇ ਹੀ ਪਿੰਡ 'ਚ ਰਹਿੰਦੇ ਹਨ, ਤਾਂ ਉਹ ਉਹਨਾਂ ਸਭ ਨੂੰ ਪਛਾਣਦੀ ਸੀ। ਆਪਣੇ ਭਰਾ ਨੂੰ, ਆਪਣੀਆਂ ਲੜਕੀਆਂ ਨੂੰ, ਆਪਣੀਆਂ ਲੜਕੀਆਂ ਦੇ ਬੱਚਿਆਂ ਨੂੰ, ਆਪਣੇ ਜਵਾਈਆਂ, ਉਹਨਾਂ ਸਭਨਾਂ ਨੂੰ ਉਹ ਹਜ਼ਾਰਾਂ ਲੋਕਾਂ ਦੀ ਭੀੜ 'ਚ ਵੀ ਖੜਾ ਕਰਨ ਤੇ ਪਛਾਣ ਸਕੀ ਸੀ। ਉਹ ਦੂਰ ਦੂਰ ਦੇ ਰਿਸ਼ਤੇਦਾਰਾਂ ਨੂੰ ਪਛਾਣ ਸਕੀ ਤੇ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਉਹਨਾਂ ਨੂੰ ਕਹਿ ਸਕੀ ਜੋ ਵੀ ਭੁੱਲ ਗਏ ਸੀ। ਉਹਦਾ ਵੱਡਾ ਭਰਾ ਜੇ ਜਿਉਂਦਾ ਹੈ, ਉਹਦੇ ਸਿਰ ਤੇ ਥੋੜੀ ਜਿਹੀ ਸੱਟ ਦਾ ਨਿਸ਼ਾਨ ਹੈ। ਤਾਂ ਮੈਂ ਉਸ ਲੜਕੀ ਨੂੰ ਪੁੱਛਿਆ ਕਿ ਉਹ ਸੱਟ ਬਾਬਤ ਤੈਨੂੰ ਕੁਝ ਪਤਾ ਹੈ? ਉਹ ਲੜਕੀ ਹੱਸੀ। ਉਹਨੇ ਕਿਹਾ ਕਿ ਭਰਾ ਨੂੰ ਵੀ ਨਹੀਂ ਪਤਾ ਹੋਏਗਾ, ਭਰਾ ਹੀ ਦੱਸ ਦੇਵੇ ਕਿ ਸੱਟ ਕਦ ਲੱਗੀ ਤੇ ਕਿਵੇਂ ਲੱਗੀ। ਭਰਾ ਖੁਦ ਹੀ ਨਹੀਂ ਯਾਦ ਕਰ ਸਕਿਆ ਕਿ ਸੱਟ ਕਦ ਲੱਗੀ। ਉਹਨੇ ਕਿਹਾ ਕਿ ਮੈਨੂੰ ਖਿਆਲ ਹੀ ਨਹੀਂ ਹੈ। ਤਾਂ ਉਸ ਲੜਕੀ ਨੇ ਕਿਹਾ ਕਿ ਜਦ ਮੇਰੇ ਭਰਾ ਦਾ ਵਿਆਹ ਹੋਇਆ ਸੀ ਤੇ ਉਹ ਘੋੜੀ ਤੇ ਬੈਠਾ ਸੀ ਤੇ ਘੋੜੀ ਤੋਂ ਡਿੱਗ ਪਿਆ, ਪਰ ਉਦੋਂ ਉਹਦੀ ਉਮਰ ਸਿਰਫ 10 ਸਾਲ ਸੀ ਤੇ ਉਹ ਇਹ ਘੋੜੀ ਤੋਂ ਡਿੱਗਣ ਨਾਲ ਵਿਆਹ ਦੇ ਸਮੇਂ ਸੱਟ ਲੱਗ ਗਈ ਸੀ। ਇਹਨੂੰ ਪਿੰਡ ਦੇ ਵੱਡੇ ਬਜ਼ੁਰਗਾਂ ਨੇ ਵੀ ਕਨਫਰਮ ਕੀਤਾ ਕਿ ਇਹ ਗੱਲ ਠੀਕ ਹੈ ਕਿ ਲੜਕਾ ਘੋੜੀ ਤੋਂ ਡਿੱਗਿਆ ਸੀ, ਪਰ ਉਹ ਵਿਅਕਤੀ ਖੁਦ ਹੀ ਭੁੱਲ ਚੁੱਕਿਆ ਸੀ। ਫਿਰ ਤਾਂ ਉਹਨੇ ਘਰ 'ਚ ਦੱਬਿਆ ਹੋਇਆ ਖਜ਼ਾਨਾ ਵੀ ਦੱਸਿਆ ਜੋ ਉਹ ਦੱਬ ਗਈ ਸੀ, ਉਹ ਵੀ ਉਹਨੇ ਲੱਭ ਕੇ ਦਿਖਾਇਆ। ਠੀਕ ਥਾਂ ਤੇ ਉਹਨੇ ਉਹ ਥਾਂ ਵੀ ਪੁੱਟ ਕੇ ਵਿਖਾਤੀ। ਪਿਛਲੇ ਜਨਮ 'ਚੋਂ 40 ਸਾਲ ਦੀ ਹੋ ਕੇ ਮਰੀ।
ਉਸ ਤੋਂ ਪਹਿਲਾਂ ਉਹ ਅਸਾਮ ਦੇ ਕਿਸੇ ਪਿੰਡ 'ਚ ਪੈਦਾ ਹੋਈ ਸੀ, ਜਿੱਥੇ ਉਹ 7 ਸਾਲ ਦੀ ਹੋ ਕੇ ਮਰੀ। ਉਸ ਪਿੰਡ ਦਾ ਉਹ ਪਤਾ ਨਹੀਂ ਦੱਸ ਸਕੀ, ਨਾਂ ਵੀ ਨਹੀਂ ਦੱਸ ਸਕੀ, ਪਰ 7 ਸਾਲ ਦੀ ਲੜਕੀ ਜਿੰਨੀ ਅਸਾਮੀ ਭਾਸ਼ਾ ਬੋਲਦੀ ਓਨੀ ਉਹ ਬੋਲ ਸਕਦੀ ਸੀ। 7 ਸਾਲ ਦੀਆਂ ਲੜਕੀਆਂ ਜਿਸ ਤਰ੍ਹਾਂ ਨੱਚ ਸਕਦੀਆਂ, ਗਾਣਾ ਗਾ ਸਕਦੀਆਂ ਅਸਾਮੀ ਦਾ, ਉਹਨਾਂ ਵੀ ਉਹ ਕਰ ਸਕਦੀ ਸੀ। ਬਹੁਤ ਹੀ ਖੋਜਬੀਨ ਕੀਤੀ, ਪਰ ਉਸ ਪਰਿਵਾਰ ਦਾ ਕੋਈ ਪਤਾ ਨਹੀਂ ਲੱਗ ਸਕਿਆ। ਹੁਣ ਉਹਨੂੰ 47 ਸਾਲ ਦਾ ਤਾਂ ਪਿਛਲਾ ਅਨੁਭਵ ਹੈ ਤੇ 12 ਸਾਲ ਦਾ ਏ, ਤਾਂ ਉਹਦੀਆਂ ਅੱਖਾਂ ਵਿੱਚ ਤੁਸੀਂ ਸਰਾਸਰ 65-70 ਸਾਲ ਦੀ ਇਸਤਰੀ ਦੀ ਝਲਕ ਵੇਖ ਸਕਦੇ ਹੋ। ਤੇ ਹੈ ਉਹ 12 ਸਾਲ ਦੀ। ਉਹਦੇ ਚਿਹਰੇ ਤੇ 65-70 ਸਾਲ ਦੀ ਇਸਤਰੀ ਦਾ ਭਾਵ ਹੈ। ਨਾ ਤਾਂ ਉਹ ਖੇਡਾਂ ਖੇਡ ਸਕਦੀ ਹੈ ਕਿਸੇ ਬੱਚੇ ਦੇ ਨਾਲ, ਕਿਉਂਕਿ ਬੁੱਢੀ ਹੈ, ਜਾਂ ਤਾਂ 70 ਸਾਲ ਪੁਰਾਣੀ ਹੈ, ਤਾਂ ਉਹਨੂੰ 70 ਸਾਲ ਦੀ ਹੋਣ ਦਾ ਖਿਆਲ ਹੈ। ਉਹਦੀ ਉਮਰ ਤਾਂ 12 ਸਾਲ ਹੈ। ਉਹ ਸਕੂਲ 'ਚ ਪੜ੍ਹ ਨਹੀਂ ਸਕਦੀ, ਕਿਉਂਕਿ ਆਪਣੇ ਅਧਿਆਪਕ ਨੂੰ ਬੇਟਾ ਕਹਿ ਸਕਦੀ ਹੈ। ਉਹਦੀ ਜੋ ਯਾਦ ਹੈ ਉਹ 70 ਸਾਲ ਦੀ ਹੈ, ਤੇ ਉਹਦੀ ਸ਼ਖਸੀਅਤ 70 ਸਾਲ ਦੀ ਹੈ। ਉਹਦਾ ਸਰੀਰ 12 ਸਾਲ ਦਾ ਹੈ। ਉਹ ਕੋਈ ਰੁਚੀ ਨਹੀਂ ਲੈ ਸਕਦੀ। ਉਹ ਗੰਭੀਰ ਗੱਲਾਂ 'ਚ, ਜਿਵੇਂ ਕਿ ਬੁੱਢੀਆਂ ਇਸਤਰੀਆਂ ਗੱਲਾਂ ਕਰਦੀਆਂ, ਉਹਨਾਂ 'ਚ ਹੀ ਰੁਚੀ ਲੈ ਸਕਦੀ ਹੈ। ਹੋਰ ਕਿਸੇ ਗੱਲ 'ਚ ਰਸ ਨਹੀਂ ਲੈ ਸਕਦੀ। ਤੇ ਉਸ 'ਚ ਇੰਨਾ ਤਣਾਅ ਹੈ, ਇੰਨੀ ਪਰੇਸ਼ਾਨੀ, ਕਿਉਂਕਿ ਸਰੀਰ ਉਹਦਾ 12 ਸਾਲ ਦਾ ਹੈ, ਯਾਦ 70 ਸਾਲ ਦੀ ਹੈ। ਇਹਨਾਂ 'ਚ ਕੋਈ ਤਾਲਮੇਲ ਨਹੀਂ ਬੈਠਦਾ। ਇੱਕਦਮ ਉਦਾਸ ਤੇ ਪੀੜਤ ਤੇ ਪਰੇਸ਼ਾਨ ਹੈ। ਤਾਂ ਮੈਂ ਉਹਦੇ ਮਾਂ ਤੇ ਪਿਤਾ ਨੂੰ ਕਿਹਾ ਕਿ ਉਹਨੂੰ ਮੇਰੇ ਕੋਲ ਲੈ ਆਓ, ਮੈਂ ਉਹਦੀ ਯਾਦ ਨੂੰ ਭੁਲਾ ਦੇਵਾਂ, ਕਿਉਂਕਿ ਜੋ ਚੇਤੇ ਨੂੰ ਯਾਦ ਕਰਨ ਦਾ ਰਾਹ ਹੈ, ਉਸ ਤੋਂ ਉਲਟਾ ਜਾਣ ਨਾਲ ਯਾਦਾਂ ਭੁੱਲ ਵੀ ਜਾਂਦੀਆਂ ਹਨ। ਉਹਦੀਆਂ ਯਾਦਾਂ ਨੂੰ ਭੁਲਾ ਦਿਓ, ਪਰ ਉਹ ਤਾਂ ਰਸ ਵਿੱਚ ਸਨ। ਉਹਨਾਂ ਨੂੰ ਤਾਂ ਆਨੰਦ ਆ ਰਿਹਾ ਸੀ, ਭੀੜ ਭਾੜ ਹੁੰਦੀ ਸੀ, ਲੱਖਾਂ ਲੋਕ ਆਉਂਦੇ ਸੀ, ਲੜਕੀ ਦੀ ਪੂਜਾ ਸ਼ੁਰੂ ਹੋ ਗਈ। ਉਹਨਾਂ ਨੇ ਕਿਹਾ ਕਿ ਭੁਲਵਾਵਾਂਗੇ ਕਿਉਂ? ਮੈਂ ਉਹਨਾਂ ਨੂੰ ਕਿਹਾ ਲੜਕੀ ਪਾਗਲ ਹੋ ਜਾਏਗੀ, ਪਰ ਉਹ ਨਹੀਂ ਮੰਨੇ। ਤੇ ਅੱਜ ਲੜਕੀ ਦੀ ਹਾਲਤ ਲਗਭਗ ਪਾਗਲ ਜਿਹੀ ਹੋ ਗਈ ਹੈ, ਕਿਉਂਕਿ ਉਹਨੀਆਂ ਯਾਦਾਂ ਨੂੰ ਝੱਲ ਨਹੀਂ ਸਕਦੀ। ਉਹਦੀ ਕਠਿਨਾਈ ਇਹ ਹੋ ਗਈ ਕਿ ਹੁਣ ਉਹਦਾ ਵਿਆਹ ਕਿਵੇਂ ਹੋਵੇ। ਉਹ ਅਜਿਹਾ ਹੀ ਸੋਚਦੀ ਹੈ ਕਿ ਉਹ 70 ਸਾਲ ਦੀ ਬੁੱਢੀ ਔਰਤ ਹੈ ਤੇ ਹੁਣ ਵਿਆਹ ਕਰਨ ਦੀ ਸੋਚ ਰਹੀ ਹੈ, ਤੇ ਉਹਦੇ ਮਨ ਦਾ ਕਿਤੇ ਤਾਲਮੇਲ ਹੀ ਨਹੀਂ ਕਿਸੇ ਗੱਲ ਦਾ। ਪਰ ਇਹ ਅਚਨਚੇਤੀ ਹੈ। ਤੁਸੀਂ ਪ੍ਰਯੋਗ ਨਾਲ ਇਹ ਧਾਰਾ ਤੋੜ ਸਕਦੇ ਹੋ, ਪਰ ਉਸ ਧਾਰਾ ਨੂੰ ਤੋੜਨ ਦੀ ਦਿਸ਼ਾ 'ਚ ਜਾਣਾ ਕੋਈ ਬਹੁਤਾ ਜ਼ਰੂਰੀ ਨਹੀਂ। ਕਿਸੇ ਨੂੰ ਉਹਦੀ ਚਾਹ ਨਾ ਹੋਵੇ ਤਾਂ ਪ੍ਰਯੋਗ ਕਰ ਸਕਦੇ ਹਨ, ਪਰ ਉਹਨਾਂ ਪ੍ਰਯੋਗਾਂ ਤੋਂ ਪਹਿਲਾਂ ਧਿਆਨ ਵਿੱਚ ਕਾਫੀ ਡੂੰਘੇ ਪ੍ਰਯੋਗ ਜ਼ਰੂਰੀ ਹਨ, ਤਾਂ ਜੋ ਮਨ ਇੰਨਾ ਸ਼ਾਂਤ ਤੇ ਸ਼ਕਤੀਸ਼ਾਲੀ ਹੋ ਜਾਏ ਕਿ ਕੋਈ ਵੀ ਚੀਜ਼ ਜਦ ਟੁੱਟ ਜਾਏ ਤਾਂ ਤੁਸੀਂ ਉਹਨੂੰ ਸਾਖਸ਼ੀ ਭਾਵ ਨਾਲ ਦੇਖ ਸਕੋ। ਤੇ ਜੇਕਰ ਕੋਈ ਵਿਅਕਤੀ ਸਾਖਸ਼ੀ ਭਾਵ ਨਾਲ ਵਿਕਸਿਤ ਹੋ ਜਾਂਦਾ ਹੈ, ਤਦ ਪੁਰਾਣੇ ਜਨਮ ਦੇਖੇ ਗਏ ਸੁਪਨਿਆਂ ਤੋਂ ਵੱਧ ਮਾਲੂਮ ਨਹੀਂ ਹੁੰਦੇ, ਤਦ ਉਹਨਾਂ ਤੋਂ ਕੋਈ ਪੀੜ ਨਹੀਂ ਹੁੰਦੀ। ਤਦ ਅਜਿਹਾ ਹੀ ਲੱਗਦਾ ਜਿਵੇਂ ਸੁਪਨੇ ਅਸੀਂ ਦੇਖੇ ਹੈ। ਸੁਪਨਿਆਂ ਤੋਂ ਵੱਧ ਉਹਨਾਂ ਦਾ ਅਰਥ ਨਹੀਂ ਰਹਿ ਜਾਂਦਾ। ਜਿਨ੍ਹਾਂ ਲੋਕਾਂ ਨੇ ਇਸ ਜਗਤ ਨੂੰ ਮਾਇਆ ਕਿਹਾ ਹੈ, ਉਹਨਾਂ ਦੇ ਮਾਇਆ ਕਹਿਣ ਦਾ ਹੋਰ ਕੋਈ ਬੁਨਿਆਦੀ ਕਾਰਨ ਨਹੀਂ ਹੈ। ਫਿਰ ਹੋਰ ਸਭ ਕੁਝ ਗੱਲਾਂ ਹੁੰਦੀਆਂ ਹਨ, ਉਹਦਾ ਬੁਨਿਆਦੀ ਕਾਰਨ ਜਾਤ ਚੇਤਾ ਹੀ ਹੈ। ਜਿਨ੍ਹਾਂ ਨੇ ਪਿਛਲੀਆਂ ਯਾਦਾਂ ਚੇਤੇ ਕੀਤੀਆਂ ਹਨ, ਸਭ ਮਾਮਲਾ ਮਾਇਆ ਹੋ ਗਿਆ, ਇੱਕਦਮ ਇਲੂਜ਼ਨ, ਸੁਪਨਾ ਹੋ ਗਿਆ। ਕਿਉਂਕਿ ਕਿੱਥੇ ਹਨ ਉਹ ਮਿੱਤਰ ਜੋ ਪਿਛਲੇ ਜਨਮ 'ਚ ਸਨ? ਕਿੱਥੇ ਉਹ ਮਕਾਨ, ਕਿੱਥੇ ਪਤਨੀ, ਕਿੱਥੇ ਉਹ ਬੇਟੇ? ਕਿੱਥੇ ਗਈ ਉਹ ਦੁਨੀਆ ਜੋ ਪਿਛਲੇ ਜਨਮ 'ਚ ਸੀ? ਕਿੱਥੇ ਗਿਆ ਉਹ ਸਾਰਾ ਜਿਹਨੂੰ ਅਸੀਂ ਇੰਨਾ ਸੱਚ ਮੰਨ ਰੱਖਿਆ ਸੀ ਕਿ ਉਹ ਹੈ? ਕਿੱਥੇ ਗਈਆਂ ਚਿੰਤਾਵਾਂ ਜਿਨ੍ਹਾਂ ਦੇ ਲਈ ਅਸੀਂ ਰਾਤ ਭਰ ਨਹੀਂ ਸੁੱਤੇ ਸੀ? ਕਿੱਥੇ ਗਏ ਉਹ ਦੁੱਖ, ਉਹ ਪੀੜਾ ਜਿਨ੍ਹਾਂ ਨੂੰ ਅਸੀਂ ਪਹਾੜ ਸਮਝ ਰੱਖਿਆ ਸੀ ਤੇ ਢੋਇਆ ਸੀ? ਮੈਂ ਸੁਣਿਆ ਕਿ ਇੱਕ ਬਾਦਸ਼ਾਹ ਆਪਣੇ ਬੇਟੇ ਦੇ ਕੋਲ ਬੈਠਾ ਹੈ। ਉਹਦਾ ਬੇਟਾ ਮਰਨ ਦੇ ਨੇੜੇ ਹੈ। ਇੱਕੋ ਹੀ ਬੇਟਾ ਹੈ। 8 ਰਾਤਾਂ ਹੋ ਗਈਆਂ। ਉਹ ਨਾ ਤਾਂ ਬਚਾਇਆ ਜਾ ਸਕਦਾ, ਨਾ ਮੌਤ ਆ ਰਹੀ ਹੈ। ਬਹੁਤ ਮੁਸ਼ਕਿਲ ਹੋ ਗਈ ਹੈ। ਹੁਣ ਇਹ ਖੁਦ ਹੀ ਸੋਚਣ ਲੱਗਿਆ ਹੈ ਕਿ ਇੰਨੀ ਪੀੜ ਹੈ ਕਿ ਮਾਰੀ ਜਾਵੇ। ਮਨ ਕਹਿੰਦਾ ਹੈ ਕਿ ਬਚ ਜਾਵੇ, ਪਰ ਇੱਕ ਮਨ ਕਹਿੰਦਾ ਹੈ ਕਿ ਇੰਨਾ ਦੁੱਖ, ਇੰਨੀ ਪੀੜ ਕਿ ਮਾਰੀ ਜਾਵੇ ਤਾਂ ਵੀ ਠੀਕ ਹੈ। 8 ਰਾਤਾਂ ਤੋਂ ਬਾਦਸ਼ਾਹ ਸੁੱਤਾ ਨਹੀਂ ਹੈ। ਕੋਈ 4 ਵਜੇ ਹੋਣਗੇ ਰਾਤ ਦੇ, ਤੇ ਬਾਦਸ਼ਾਹ ਨੂੰ ਝਪਕੀ ਆ ਗਈ, ਤੇ ਉਸ ਝਪਕੀ 'ਚ ਸੁਪਨਾ ਦੇਖਣ ਲੱਗਦਾ ਹੈ। ਤੇ ਸੁਪਨੇ ਅਸੀਂ ਅਕਸਰ ਉਹੀ ਦੇਖਦੇ ਹਾਂ ਜੋ ਜ਼ਿੰਦਗੀ 'ਚ ਕਮੀ ਰਹਿ ਜਾਂਦੀ ਹੈ। ਇੱਕ ਹੀ ਬੇਟਾ ਸੀ, ਉਹ ਵੀ ਮਰਨ ਦੇ ਨੇੜੇ ਪਹੁੰਚ ਰਿਹਾ ਹੈ, ਤਾਂ ਉਹਨੇ ਸੁਪਨਾ ਦੇਖਿਆ ਕਿ ਉਹਦੇ 12 ਬੇਟੇ ਹਨ, ਬੜੇ ਸੁੰਦਰ ਹਨ, ਉਹਨਾਂ ਦੀ ਸੋਨੇ ਵਰਗੀ ਕਾਇਆ, ਵੱਡੇ ਵੱਡੇ ਮਹਿਲ ਹਨ, ਵੱਡਾ ਸਾਮਰਾਜ ਹੈ, ਸਾਰੀ ਪ੍ਰਿਥਵੀ ਦਾ ਉਹ ਮਾਲਕ ਹੈ ਤੇ ਬੜੇ ਆਨੰਦ ਵਿੱਚ ਹੈ। ਤੇ ਉਹ ਇਹ ਸੁਪਨਾ ਦੇਖ ਹੀ ਰਿਹਾ ਸੀ, ਕਿਉਂਕਿ ਸੁਪਨਾ ਦੇਖਣ 'ਚ ਬਹੁਤਾ ਚਿਰ ਨਹੀਂ ਲੱਗਦਾ। ਸੁਪਨੇ ਦੀ ਟਾਈਮਿੰਗ ਜੋ ਹੈ ਉਹ ਸਾਡੀ ਜ਼ਿੰਦਗੀ ਦੇ ਸਮੇਂ ਦੀ ਧਾਰਾ ਤੋਂ ਬਿਲਕੁਲ ਵੱਖਰੀ ਹੈ। ਅਸੀਂ ਛਿਨ ਵਿੱਚ ਸਾਲਾਂ ਦਾ ਸੁਪਨਾ ਵੇਖ ਸਕਦੇ ਹਾਂ। ਇੱਕ ਛਿਨ ਝਪਕੀ ਲੱਗੀ, ਤੁਸੀਂ ਇੰਨਾ ਵੱਡਾ ਸੁਪਨਾ ਦੇਖ ਸਕਦੇ ਹੋ ਕਿ ਸਾਲਾਂ ਤੱਕ ਫੈਲ ਜਾਏ।
ਤੇ ਜਾਗ ਕੇ ਤੁਹਾਨੂੰ ਮੁਸ਼ਕਲ ਮਾਲੂਮ ਹੋਵੇ ਕਿ ਇਹਨਾਂ ਕੁਝ ਛਿਨਾਂ ਵਿੱਚ ਸਾਲਾਂ ਦਾ ਸੁਪਨਾ ਵੇਖ ਲਿਆ। ਅਸਲ 'ਚ ਸਮੇਂ ਦੀ ਰਫ਼ਤਾਰ ਸੁਪਨੇ 'ਚ ਬਹੁਤ ਤੇਜ਼ ਹੈ। ਕਿਤੇ ਕਿਤੇ ਇੱਕ ਛਿਨ 'ਚ ਵਰੇ ਪਾਰ ਕੀਤੇ ਜਾ ਸਕਦੇ ਆ। ਤਾਂ ਉਸ ਦਿਨ ਉਸ ਇੱਕ ਛਿਨ 'ਚ ਉਹਨੇ ਸੁਪਨਾ ਵੇਖ ਲਿਆ। 12 ਲੜਕੇ, ਉਹਨਾਂ ਦੀਆਂ ਸੁੰਦਰ ਇਸਤਰੀਆਂ, ਬੜੇ ਸੁੰਦਰ ਭਵਨ, ਵੱਡਾ ਰਾਜ ਹੈ। ਤਦੇ ਉਹ ਬਾਹਰ ਦਾ ਲੜਕਾ ਮਰ ਗਿਆ। ਪਤਨੀ ਚੀਕ ਮਾਰ ਕੇ ਚਿল্ਲਾਈ ਤਾਂ ਬਾਦਸ਼ਾਹ ਦੀ ਨੀਂਦ ਖੁੱਲ ਗਈ। ਨੀਂਦ ਟੁੱਟੀ, ਇੱਕਦਮ ਚੌਂਕਿਆ ਹੋਇਆ ਉੱਠਿਆ। ਪਤਨੀ ਨੇ ਸਮਝਿਆ ਕਿ ਸ਼ਾਇਦ ਉਹ ਘਬਰਾ ਗਿਆ। ਉਹਨੇ ਪੁੱਛਿਆ, ਇੰਨੀ ਘਬਰਾ ਕਿਉਂ ਹੋਏ? ਅੱਖਾਂ 'ਚ ਹੰਝੂ ਵੀ ਨਹੀਂ ਹਨ, ਕੁਝ ਬੋਲਦੇ ਵੀ ਨਹੀਂ। ਬਾਦਸ਼ਾਹ ਨੇ ਕਿਹਾ, ਨਹੀਂ, ਮੈਂ ਘਬਰਾ ਨਹੀਂ ਗਿਆ, ਬੜੀ ਮੁਸ਼ਕਿਲ 'ਚ ਪੈ ਗਿਆ। ਮੈਂ ਇਹ ਸੋਚਦਾ ਸੀ ਕਿ ਮੈਂ ਕਿਹਦੇ ਲਈ ਰੋਵਾਂ। ਹੁਣ 12 ਲੜਕੇ ਸਨ, ਉਹ ਗਵਾਚ ਗਏ, ਉਹਨਾਂ ਲਈ ਰੋਵਾਂ ਜਾਂ ਇੱਕ ਲੜਕਾ ਇਹ ਗਵਾਚ ਗਿਆ, ਇਹਦੇ ਲਈ ਰੋਵਾਂ। ਮੈਂ ਇਸ ਚਿੰਤਾ 'ਚ ਪੈ ਗਿਆ ਕਿ ਕੌਣ ਮਰਿਆ ਹੈ। ਤੇ ਮਜ਼ਾ ਇਹ ਹੈ ਕਿ ਜਦ ਮੈਂ ਉਹਨਾਂ 12 ਲੜਕਿਆਂ ਦੇ ਵਿਚਾਲੇ ਸੀ ਤਾਂ ਇਸ ਲੜਕੇ ਦਾ ਮੈਨੂੰ ਕੋਈ ਪਤਾ ਨਹੀਂ ਸੀ। ਇਹ ਸੀ ਹੀ ਨਹੀਂ, ਇਹ ਗਵਾਚ ਗਿਆ ਸੀ। ਤੂੰ ਗਵਾਚ ਗਈ ਸੀ, ਇਹ ਮਹਿਲ ਗਵਾਚ ਗਿਆ ਸੀ। ਹੁਣ ਇਹ ਮਹਿਲ ਹੈ, ਤੂੰ ਹੈ, ਲੜਕਾ ਹੈ। ਪਰ ਉਹ ਮਹਿਲ ਗਵਾਚ ਗਏ, ਉਹ ਲੜਕੇ ਗਵਾਚ ਗਏ। ਕੌਣ ਸੱਚ ਹੈ? ਇਹ ਸੱਚਾ ਜਾਓ। ਤੇ ਮੈਂ ਬੜੀ ਮੁਸ਼ਕਿਲ 'ਚ ਪੈ ਗਿਆ। ਜੇਕਰ ਇੱਕ ਵਾਰ ਪਿਛਲੇ ਜਨਮਾਂ ਦਾ ਚੇਤਾ ਆ ਜਾਏ ਤਾਂ ਤੁਸੀਂ ਬੜੀ ਮੁਸ਼ਕਿਲ 'ਚ ਪੈ ਜਾਓਗੇ ਕਿ ਜੋ ਹੁਣੇ ਵੇਖ ਰਹੇ ਆ ਉਹ ਸੱਚ ਹੈ। ਕਿਉਂਕਿ ਅਜਿਹਾ ਤਾਂ ਬਹੁਤ ਵਾਰ ਦੇਖਿਆ ਹੈ, ਪਰ ਸਭ ਮਿਟ ਗਿਆ, ਸਭ ਗਵਾਚ ਗਿਆ। ਤਾਂ ਇੱਕ ਸਵਾਲ ਉੱਠ ਜਾਏਗਾ ਕਿ ਜੋ ਅਸੀਂ ਦੇਖ ਰਹੇ ਹਾਂ ਉਹ ਵੀ ਓਨਾ ਹੀ ਸੱਚ ਹੈ ਜਿੰਨਾ ਉਹ ਵੀ ਇੱਕ ਸੁਪਨੇ ਦੇ ਵਾਂਗ ਘੁੰਮ ਜਾਏਗਾ ਤੇ ਮਿਟ ਜਾਏਗਾ। ਤੇ ਜਿਵੇਂ ਸਾਰੇ ਸੁਪਨੇ ਅੰਤ ਤੱਕ ਪਹੁੰਚ ਗਏ, ਉਵੇਂ ਇਹ ਸੁਪਨਾ ਵੀ ਅੰਤ ਤੱਕ ਪਹੁੰਚ ਜਾਏਗਾ। ਜਦ ਅਸੀਂ ਫਿਲਮ ਵੇਖਦੇ ਹਾਂ ਤਦ ਫਿਲਮ ਵੀ ਸੱਚ ਮਾਲੂਮ ਹੋਣ ਲੱਗਦੀ ਹੈ। ਜਦ ਪਰਦਾ ਉੱਠਦਾ ਹੈ, ਹਨੇਰਾ ਮਿਟ ਜਾਂਦਾ ਹੈ। ਜਦ ਅਸੀਂ ਹਾਲ ਦੇ ਬਾਹਰ ਜਾਣ ਲੱਗਦੇ ਹਾਂ ਤਦ ਵੀ 2-4 ਛਿਨ ਲੱਗ ਜਾਂਦੇ ਹੈ ਵਾਪਸ ਪਰਤਣ ਵਿੱਚ। ਅੱਖਾਂ ਮੀਟਦੇ ਹਾਲ ਦੇ ਬਾਹਰ ਆਉਂਦੇ ਆ ਤਦ ਜ਼ਰਾ ਹੋਸ਼ ਆਉਂਦਾ ਹੈ ਕਿ ਉਹ ਸਭ ਇੱਕ ਸੁਪਨਾ ਹੈ, ਇੱਕ ਨਾਟਕ ਸੀ ਜੋ ਦੇਖਿਆ। ਪਰ ਉੱਥੇ ਰੋ ਵੀ ਲਏ, ਹੰਝੂ ਵੀ ਪੂੰਝ ਲਏ। ਸੱਚ ਤਾਂ ਇਹ ਹੈ ਕਿ 24 ਘੰਟੇ ਜੋ ਲੋਕ ਰੋ ਨਹੀਂ ਪਾਉਂਦੇ ਉਹ ਆਪਣਾ ਰੋਣ ਉੱਥੇ ਜਾ ਕੇ ਕੱਢ ਲੈਂਦੇ ਹਨ, ਫਿਲਮ ਦੇਖਣ ਦੇ ਬਹਾਨੇ, ਤੇ ਬਾਹਰ ਆ ਕੇ ਇੱਕਦਮ ਚੌਂਕਦੇ ਹਨ। ਤੇ ਜੋ ਪਹਿਲਾ ਖਿਆਲ ਆਉਂਦਾ ਹੈ ਉਹ ਇਹ ਹੈ ਕਿ ਬੜੇ ਦੁੱਖ ਵਿੱਚ ਪੈ ਗਏ। ਪਰ ਕੋਈ ਰੋਜ਼-ਰੋਜ਼ ਅਜਿਹੀ ਫਿਲਮ ਦੇਖਦਾ ਰਹੇ ਤਾਂ ਹੌਲੀ-ਹੌਲੀ ਇਹ ਧੋਖਾ ਸਾਫ਼ ਹੋਣ ਲੱਗਦਾ ਹੈ। ਪਰ ਪਿਛਲੀ ਫਿਲਮਾਂ ਦੀ ਯਾਦ ਭੁੱਲ ਜਾਂਦੀ ਹੈ ਬਾਰ-ਬਾਰ। ਜਦ ਫਿਰ ਦੁਬਾਰਾ ਦੇਖਣ ਜਾਂਦੇ ਹਨ ਤਾਂ ਫਿਰ ਉਹ ਸੱਚ ਮਾਲੂਮ ਹੋਣ ਲੱਗਦਾ ਹੈ। ਜੇ ਪਿਛਲੇ ਜਨਮ ਦੀਆਂ ਯਾਦਾਂ ਆ ਜਾਣ ਤਾਂ ਜੋ ਜਨਮ ਹੁਣ ਚੱਲ ਰਿਹਾ ਹੈ ਉਹ ਵੀ ਕੁਝ ਸੁਪਨੇ ਜਿਹਾ ਮਾਲੂਮ ਹੋਏਗਾ। ਇਹ ਹਵਾਵਾਂ ਕਿੰਨੀ ਵਾਰ ਨਹੀਂ ਵਗੀਆਂ, ਪਰ ਹੁਣ ਉਹ ਹਵਾਵਾਂ ਕਿੱਥੇ ਹਨ ਜੋ ਵਗੀਆਂ। ਤੇ ਇਹ ਆਕਾਸ਼ 'ਚ ਬੱਦਲ ਕਿੰਨੀ ਵਾਰ ਨਹੀਂ ਛਾਏ, ਪਰ ਹੁਣ ਉਹ ਬੱਦਲ ਕਿੱਥੇ ਹੈ ਜੋ ਛਾਏ। ਉਹ ਸਭ ਗਵਾਚ ਗਏ, ਇਹ ਸਭ ਵੀ ਗਵਾਚ ਜਾਣਗੇ। ਇਹ ਸਭ ਵੀ ਗਵਾਚਣ ਦੀ ਲੜੀ 'ਚ ਹੀ ਲੱਗੇ ਹੋਏ ਹਨ। ਇਹ ਜੇਕਰ ਬੋਧ ਹੋ ਜਾਏ ਤਾਂ ਮਾਇਆ ਦਾ ਅਨੁਭਵ ਹੋਏਗਾ, ਪਰ ਇਹਦੇ ਨਾਲ ਹੀ ਦੂਜਾ ਵੀ ਅਨੁਭਵ ਹੋਏਗਾ ਕਿ ਚੀਜ਼ਾਂ ਝੂਠੀਆਂ, ਘਟਨਾਵਾਂ ਬੜੀਆਂ ਝੂਠੀਆਂ ਹਨ, ਆਉਂਦੀਆਂ ਗਵਾਚ ਜਾਂਦੀਆਂ। ਪਰ ਇੱਕ ਚੀਜ਼ ਬਿਲਕੁਲ ਨਹੀਂ ਗਵਾਚਦੀ, ਮੈਂ ਬਿਲਕੁਲ ਨਹੀਂ ਗਵਾਚਦਾ। ਇੱਕ ਸੁਪਨਾ ਆਉਂਦਾ ਹੈ, ਦੂਜਾ ਸੁਪਨਾ ਆਉਂਦਾ ਹੈ, ਤੀਜਾ ਆਉਂਦਾ ਹੈ, ਪਰ ਉਹਨੂੰ ਸੁਪਨੇ ਆਉਂਦੇ ਆ, ਉਹ ਬਚਿਆ ਹੀ ਰਹਿੰਦਾ। ਉਹ ਯਾਤਰੀ ਜੋ ਇੱਕ ਸਰੀਰ 'ਚੋਂ ਨਿਕਲਦਾ ਹੈ ਦੂਜੇ 'ਚ ਚਲਾ ਜਾਂਦਾ ਹੈ। ਇੱਕ ਦੇਹ ਮਿਟ ਜਾਂਦੀ ਹੈ, ਦੂਜੀ ਮਿਟ ਜਾਂਦੀ ਹੈ, ਤੀਜੀ ਗਵਾਚ ਜਾਂਦੀ ਹੈ, ਪਰ ਉਹ ਯਾਤਰੀ ਚੱਲਦਾ ਚਲਿਆ ਜਾਂਦਾ ਹੈ। ਇੱਕੋ ਸਮੇਂ 2 ਅਨੁਭਵ ਹੁੰਦੇ ਹਨ। ਇੱਕ ਅਨੁਭਵ ਹੈ ਜਗਤ ਮਾਇਆ, ਦ੍ਰਿਸ਼ਟਾ ਸੱਚ ਹੈ, ਦ੍ਰਿਸ਼ ਝੂਠ ਹੈ, ਦ੍ਰਿਸ਼ਟਾ ਸੱਚ ਹੈ। ਇੱਕੋ ਸਮੇਂ ਦੋਵੇਂ ਅਨੁਭਵ ਹੁੰਦੇ ਹਨ। ਦ੍ਰਿਸ਼ਟਾ ਰੋਜ਼ਾਨਾ ਬਦਲ ਜਾਂਦੇ ਹਨ, ਪਰ ਹਰ ਵਾਰ ਬਦਲ ਗਏ ਹਨ, ਪਰ ਦ੍ਰਿਸ਼ਟਾ ਉਹ ਦੇਖਣ ਵਾਲਾ ਉਹੀ ਹੈ, ਉਹੀ ਹੈ, ਉਹੀ ਹੈ। ਤੇ ਧਿਆਨ ਰਹੇ ਜਦ ਤੱਕ ਦ੍ਰਿਸ਼ ਸੱਚ ਜਾਪਦੇ ਹਨ ਤਦ ਤੱਕ ਦ੍ਰਿਸ਼ਟਾ ਉੱਤੇ ਧਿਆਨ ਨਹੀਂ ਜਾਂਦਾ। ਇਸ ਲਈ ਮੈਂ ਕਹਿੰਦਾ ਉਪਯੋਗੀ ਤਾਂ ਹੈ, ਪਰ ਉਪਯੋਗੀ ਉਹਨਾਂ ਲਈ ਹੈ ਜੋ ਜ਼ਰਾ ਧਿਆਨ 'ਚ ਡੂੰਘੇ ਜਾਣ ਤੇ ਪ੍ਰਯੋਗ ਕਰਨ। ਧਿਆਨ 'ਚ ਡੂੰਘੇ ਉਤਰਨ ਤਾਂ ਫਿਰ ਜ਼ਿੰਦਗੀ ਨੂੰ ਸੁਪਨੇ ਵਾਂਗ ਵੇਖਣ ਦੀ ਸਮਰੱਥਾ ਆ ਜਾਏ। ਜਿਵੇਂ ਮਹਾਤਮਾ ਹੋਣਾ ਉਨਾ ਹੀ ਸੁਪਨਾ ਹੈ ਜਿੰਨਾ ਚੋਰ ਹੋਣਾ ਸੁਪਨਾ ਹੈ। ਸੁਪਨੇ ਚੰਗੇ ਵੀ ਵੇਖੇ ਜਾ ਸਕਦੇ ਆ ਤੇ ਬੁਰੇ ਵੀ ਵੇਖੇ ਜਾ ਸਕਦੇ ਆ। ਮਜ਼ੇ ਦੀ ਗੱਲ ਹੈ ਕਿ ਚੋਰ ਹੋਣ ਦਾ ਸੁਪਨਾ ਜ਼ਰਾ ਛੇਤੀ ਟੁੱਟ ਜਾਂਦਾ ਹੈ। ਸੁਖਦਾਈ ਸੁਪਨੇ ਹੁੰਦੇ ਆ, ਦੁਖਦਾਈ ਸੁਪਨੇ ਵੀ ਹੁੰਦੇ ਆ। ਸੁਖਦਾਈ ਸੁਪਨੇ 'ਚ ਇਹ ਖਰਾਬੀ ਹੁੰਦੀ ਹੈ ਕਿ ਉਹਨੂੰ ਚਲਾਈ ਰੱਖਣ ਦਾ ਮਨ ਹੁੰਦਾ ਹੈ। ਦੁਖਦਾਈ ਸੁਪਨੇ 'ਚ ਜਿੱਥੇ ਕੋਈ ਛਾਤੀ ਤੇ ਚੜ ਗਿਆ ਤੇ ਪ੍ਰਾਣ ਸੰਕਟ 'ਚ ਪਈ ਹੈ, ਪਹਾੜ ਤੋਂ ਡਿੱਗ ਪਵੇ ਤੇ ਆਪਣੇ ਆਪ ਹੀ ਟੁੱਟਣ ਦਾ ਮਨ ਹੋਣ ਲੱਗਦਾ ਹੈ ਕਿ ਟੁੱਟ ਜਾਏ, ਘਬਰਾਹਟ ਇੰਨੀ ਵੱਧ ਹੈ। ਇਸ ਲਈ ਬਹੁਤ ਵਾਰ ਇਹ ਹੋ ਜਾਂਦਾ ਹੈ ਕਿ ਪਾਪੀ ਪਹੁੰਚ ਜਾਂਦੇ ਹਨ ਪਰਮਾਤਮਾ ਦੇ ਕੋਲ, ਪੁੰਨ ਆਤਮਾ ਨਹੀਂ ਪਹੁੰਚ ਪਾਉਂਦੀ।
ਕਿਉਂਕਿ ਪਾਪੀ ਦਾ ਸੁਪਨਾ ਬੜਾ ਦੁਖਦਾਈ ਹੈ, ਮਹਾਤਮਾ ਦਾ ਸੁਪਨਾ ਬਹੁਤ ਸੁਖਦਾਈ ਹੈ। ਭਗਵੇਂ ਕੱਪੜਿਆਂ 'ਚ ਲਿਪਟੇ ਹੋਏ ਸੁਪਨਿਆਂ ਨੂੰ ਬਚਾਉਣ ਦਾ ਬੜਾ ਮਨ ਹੁੰਦਾ, ਉਹ ਬੜੇ ਪਿਆਰੇ ਹੈ। ਇਹ ਥੋੜੀਆਂ ਗੱਲਾਂ ਮੈਂ ਤੁਹਾਨੂੰ ਜਾਤ ਚੇਤੇ ਦੇ ਸੰਬੰਧ 'ਚ ਕਹੀਆਂ, ਪਰ ਇਹਦੇ ਲਈ ਤਾਂ ਪ੍ਰਯੋਗ 'ਚ ਉਤਰਨਾ ਪਏਗਾ। ਹੁਣੇ ਅੱਜ ਤੋਂ ਹੀ ਅਸੀਂ ਅੰਦਰ ਉਤਰਨਾ ਸ਼ੁਰੂ ਕਰੀਏ, ਤਦ ਪਿੱਛੇ ਵੀ ਉਤਰ ਸਕਦੇ ਹਾਂ। ਅੰਦਰ ਹੀ ਕੋਈ ਨਾ ਉਤਰਨਾ ਚਾਹੇ ਤਾਂ ਮੁਸ਼ਕਿਲ ਹੈ। ਜਿਵੇਂ ਕੋਈ ਵੱਡਾ ਮਕਾਨ ਹੈ, ਉਹਦੇ ਹੇਠ ਤੱਕ ਤਹਿਖਾਨੇ ਹਨ ਤੇ ਆਦਮੀ ਮਕਾਨ ਦੇ ਬਾਹਰ ਖੜਾ ਹੈ ਤੇ ਉਹ ਕਹਿੰਦਾ ਹੈ ਕਿ ਮੈਨੂੰ ਤਾਂ ਤਹਿਖਾਨਿਆਂ ਤੱਕ ਜਾਣਾ ਹੈ, ਤਾਂ ਅਸੀਂ ਉਹਨੂੰ ਕਹਾਂਗੇ ਕਿ ਪਹਿਲਾਂ ਆਪਣੇ ਮਕਾਨ ਦੇ ਅੰਦਰ ਤਾਂ ਵੜ, ਕਿਉਂਕਿ ਤਹਿਖਾਨਿਆਂ ਦੇ ਅੰਦਰ ਜਾਣ ਦਾ ਰਾਹ ਮਕਾਨ ਦੇ ਅੰਦਰ ਤੋਂ ਹੋ ਕੇ ਜਾਂਦਾ ਹੈ, ਮਕਾਨ ਦੇ ਬਾਹਰ ਤੋਂ ਨਹੀਂ। ਤੇ ਉਹ ਆਦਮੀ ਕਹਿੰਦਾ ਹੈ ਕਿ ਮੈਂ ਆਪਣੇ ਮਕਾਨ ਦੇ ਬਾਹਰ ਖੜਾ ਹਾਂ ਤੇ ਮੈਂ ਤਹਿਖਾਨਿਆਂ ਤੱਕ ਜਾਣਾ ਹੈ। ਉਹ ਆਦਮੀ ਤਹਿਖਾਨਿਆਂ ਤੱਕ ਨਹੀਂ ਜਾ ਸਕਦਾ। ਤਹਿਖਾਨਿਆਂ ਤੱਕ ਜਾਇਆ ਜਾ ਸਕਦਾ ਹੈ, ਪਰ ਪਹਿਲਾਂ ਉਹਨੂੰ ਮਕਾਨ ਦੇ ਅੰਦਰ ਦਾਖਲ ਹੋਣਾ ਪਏਗਾ। ਜ਼ਿੰਦਗੀ ਜੋ ਬੀਤ ਗਈ ਉਹ ਸਾਡਾ ਤਹਿਖਾਨਾ ਹੋ ਗਈ, ਜੋ ਜੀਵਨ ਹੋ ਚੁੱਕੇ ਉਹ ਸਾਡੇ ਤਹਿਖਾਨੇ ਹਨ। ਉਹਨਾਂ ਹਿੱਸਿਆਂ 'ਚ ਅਸੀਂ ਕਦੀ ਜੀਵੇ ਸੀ, ਅਸੀਂ ਉਹਨਾਂ ਹਿੱਸਿਆਂ ਨੂੰ ਛੱਡ ਦਿੱਤਾ। ਅਸੀਂ ਦੂਜੇ ਹਿੱਸਿਆਂ 'ਚ ਜਿਉ ਰਹੇ ਹਾਂ, ਪਰ ਅਸੀਂ ਹਿੱਸਿਆਂ 'ਚ ਨਹੀਂ ਜਿਉ ਰਹੇ। ਅਜੇ ਅਸੀਂ ਮਕਾਨ ਦੇ ਬਾਹਰ ਖੜੇ ਹਾਂ, ਅਸੀਂ ਆਪਣੇ ਬਾਹਰ ਖੜੇ ਹਾਂ। ਇੱਕ ਮਿੱਤਰ ਨੇ ਪੁੱਛਿਆ ਕਿ ਉਹਨਾਂ ਦੇ ਕੋਈ ਮਿੱਤਰ ਹਨ, ਉਹ ਯੋਗੀ ਹਨ ਤੇ ਕਹਿੰਦੇ ਹਨ ਕਿ ਪਿਛਲੇ ਜਨਮ 'ਚ ਉਹ ਚਿੜੀ ਸਨ, ਤਾਂ ਕੀ ਆਦਮੀ ਪਸ਼ੂ ਵੀ ਹੋ ਸਕਦਾ? ਆਦਮੀ ਕਦੇ ਪਸ਼ੂ ਹੋ ਸਕਦਾ ਹੈ, ਪਰ ਦੁਬਾਰਾ ਪਸ਼ੂ ਨਹੀਂ ਹੋ ਸਕਦਾ। ਪਿੱਛੇ ਮੁੜਨਾ ਨਹੀਂ ਹੁੰਦਾ, ਪਿੱਛੇ ਮੁੜਨਾ ਸੰਭਵ ਹੈ। ਤਾਂ ਇਹ ਤਾਂ ਹੋ ਸਕਦਾ ਹੈ ਕਿ ਪਿੱਛੇ ਦੀ ਜੂਨੀ ਤੋਂ ਅੱਗੇ ਆਉਣਾ ਹੋਵੇ, ਪਰ ਇਹ ਨਹੀਂ ਹੋ ਸਕਦਾ ਕਿ ਅੱਗੇ ਦੀ ਜੂਨੀ ਤੋਂ ਪਿੱਛੇ ਮੁੜਨਾ ਪਵੇ। ਇਸ ਜਗਤ ਵਿੱਚ ਪਿੱਛੇ ਮੁੜਨਾ ਹੁੰਦਾ ਹੀ ਨਹੀਂ। ਪਿੱਛੇ ਮੁੜਨ ਦਾ ਉਪਾਅ ਹੀ ਨਹੀਂ ਹੈ। ਦੋ ਹੀ ਉਪਾਅ ਹਨ, ਜਾਂ ਤਾਂ ਅੱਗੇ ਵਧੋ ਜਾਂ ਜਿੱਥੇ ਹੋ ਉੱਥੇ ਰੁਕ ਜਾਓ। ਪਿੱਛੇ ਨਹੀਂ ਮੁੜ ਸਕਦੇ। ਜਿਵੇਂ ਸਕੂਲ 'ਚ ਬੱਚਾ ਪਹਿਲੀ ਜਮਾਤ 'ਚ ਪੜ੍ਹਦਾ ਹੈ, ਉਹ ਪਾਸ ਹੋ ਜਾਏ ਤਾਂ ਦੂਜੀ 'ਚ ਚਲਾ ਜਾਏ, ਫੇਲ ਹੋ ਜਾਏ ਤਾਂ ਪਹਿਲੀ ਜਮਾਤ 'ਚ ਹੀ ਰਹਿ ਜਾਏ, ਪਰ ਪਹਿਲੀ ਜਮਾਤ 'ਚ ਉਹਨੂੰ ਕੱਢਣ ਦਾ ਕੋਈ ਉਪਾਅ ਨਹੀਂ ਹੈ। ਜਦ ਦੂਜੀ ਜਮਾਤ 'ਚ ਫੇਲ ਹੋ ਜਾਏ ਤਾਂ ਉਹਨੂੰ ਪਹਿਲੀ ਜਮਾਤ 'ਚ ਉਤਾਰਨ ਦਾ ਵੀ ਕੋਈ ਉਪਾਅ ਨਹੀਂ ਹੈ। ਤਾਂ ਇਹਦੀ ਕੋਈ ਬਹੁਤੀ ਕਠਿਨਾਈ ਨਹੀਂ ਹੈ ਕਿ ਕੋਈ ਪਿੱਛੇ ਪਸ਼ੂ ਜੂਨੀ 'ਚ ਰਿਹਾ ਹੋਵੇ, ਰਿਹਾ ਹੀ ਹੈ, ਕਿੰਨੇ ਜਨਮਾਂ ਤੱਕ ਰਿਹਾ, ਇਹ ਹੋਰ ਗੱਲ ਹੈ। ਇਸ 'ਚ ਜ਼ਰਾ ਵੀ ਕਠਿਨਾਈ ਨਹੀਂ ਹੈ। ਤੇ ਜੇਕਰ ਅਸੀਂ ਆਪਣੇ ਪਿਛਲੇ ਜਨਮਾਂ 'ਚ ਉਤਰਾਂਗੇ ਤਾਂ ਸਾਨੂੰ ਯਾਦ ਆਉਣਗੇ ਉਹ ਸਾਰੇ ਜਨਮ, ਜਦ ਅਸੀਂ ਚਿੜੀ ਵੀ ਰਹੇ ਹੋਵਾਂਗੇ, ਪਸ਼ੂ ਵੀ ਰਹੇ ਹੋਵਾਂਗੇ, ਇਸਤਰੀ ਵੀ ਰਹੇ ਹੋਵਾਂਗੇ, ਪੰਛੀ ਵੀ ਰਹੇ ਹੋਵਾਂਗੇ, ਹੋਰ ਹੇਠਾਂ ਇੰਨੀ ਜੜਤਾ ਰਹੀ ਹੋਏਗੀ ਜਿੱਥੇ ਕਿ ਚੇਤਨਾ ਦਾ ਕੋਈ ਸੂਤਰ ਹੀ ਲੱਭਣਾ ਮੁਸ਼ਕਿਲ ਹੈ। ਪਹਾੜ ਵੀ ਜੀਵਨ ਹੈ, ਉੱਥੇ ਵੀ ਜੀਵਨ ਹੈ, ਪਰ ਚੇਤਨਾ ਨਾ ਦੇ ਬਰਾਬਰ। 99% ਜੜਤਾ ਹੈ, 1% ਚੇਤਨਾ ਹੈ। ਲਗਾਤਾਰ ਚੇਤਨਾ ਵੱਧਦੀ ਚਲੀ ਜਾਂਦੀ ਹੈ ਤੇ ਜੜਤਾ ਘੱਟ ਹੁੰਦੀ ਚਲੀ ਜਾਂਦੀ ਹੈ। ਕੋਈ ਗੁਣ ਦਾ ਫਰਕ ਨਹੀਂ ਹੈ, ਮਿਕਦਾਰ ਦਾ ਫਰਕ ਹੈ। ਇਸ ਲਈ ਪਦਾਰਥ ਪਰਮਾਤਮਾ ਹੋ ਸਕਦਾ ਹੈ। ਤੇ ਬਹੁਤੀ ਹੈਰਾਨੀ ਜਾਂ ਕਠਿਨਾਈ ਦੀ ਗੱਲ ਨਹੀਂ ਹੈ ਕਿ ਕੋਈ ਬੰਦਾ ਪਿਛਲੇ ਜਨਮਾਂ 'ਚ ਪਸ਼ੂ ਰਿਹਾ ਹੋਵੇ। ਵੱਡੀ ਕਠਿਨਾਈ ਤਦ ਹੁੰਦੀ ਹੈ ਜਦ ਕੁਝ ਲੋਕ ਆਦਮੀ ਹੁੰਦੇ ਹੋਏ ਵੀ ਪਸ਼ੂ ਹੁੰਦੇ ਹਨ। ਇਹ ਤਾਂ ਬਹੁਤ ਹੈਰਾਨੀਜਨਕ ਨਹੀਂ ਹੈ। ਪਿਛਲੇ ਜਨਮਾਂ 'ਚ ਕਦੇ ਨਾ ਕਦੇ ਅਸੀਂ ਸਾਰੇ ਪਸ਼ੂ ਰਹੇ ਹੋਵਾਂਗੇ, ਪਰ ਆਦਮੀ ਹੁੰਦੇ ਹੋਏ ਵੀ ਸਾਡੀ ਚੇਤਨਾ ਇੰਨੀ ਕਮਜ਼ੋਰ ਹੋ ਸਕਦੀ ਹੈ ਕਿ ਸਿਰਫ ਦੇਹ ਦੇ ਤਲ ਤੇ ਅਸੀਂ ਆਦਮੀ ਮਾਲੂਮ ਹੋ ਸਕਦੇ ਹਾਂ। ਜੇਕਰ ਅਸੀਂ ਆਪਣੀ ਵਾਦੀਆਂ ਨੂੰ ਭਾਲਣ ਜਾਈਏ ਤਾਂ ਸਾਨੂੰ ਅਜਿਹਾ ਹੀ ਲੱਗੇਗਾ ਕਿ ਅਸੀਂ ਪਸ਼ੂ ਤਾਂ ਨਹੀਂ ਰਹੇ, ਪਰ ਆਦਮੀ ਵੀ ਨਹੀਂ ਹੋ ਗਏ। ਜਿਵੇਂ ਕਿ ਕੋਈ ਆਦਮੀ ਆ ਕੇ ਤੁਹਾਨੂੰ ਇੱਕ ਧੱਕਾ ਮਾਰ ਜਾਏ, ਤੁਸੀਂ ਬੜੇ ਭਲੇ ਆਦਮੀ ਵਾਂਗ ਚਲੇ ਜਾ ਰਹੇ ਹੋ, ਇੱਕ ਆਦਮੀ ਨੇ ਤੁਹਾਨੂੰ ਮੁੱਕਾ ਮਾਰ ਦਿੱਤਾ ਤੇ ਇੱਕ ਗਾਲ ਕੱਢ ਦਿੱਤੀ। ਤੁਸੀਂ ਅਚਾਨਕ ਪਾਉਂਦੇ ਹੋ ਕਿ ਜੋ ਤੁਹਾਡਾ ਭਲਾ ਆਦਮੀ ਸੀ ਉਹ ਇੱਕਦਮ ਲੋਪ ਹੋ ਗਿਆ। ਤੁਸੀਂ ਉੱਥੇ ਹੀ ਖੜੇ ਹੋ ਗਏ ਜਿੱਥੇ ਤੁਸੀਂ ਕਿਸੇ ਪਿਛਲੇ ਜ਼ਮਾਨੇ 'ਚ ਰਹੇ ਹੋਵੋਗੇ। ਤੁਸੀਂ ਪਸ਼ੂ ਹੋ ਗਏ। ਸਾਡੀ ਆਦਮੀਅਤ ਬਹੁਤ ਸਕਿਨ ਡੀਪ ਹੈ। ਜ਼ਰਾ ਜਿੰਨਾ ਅਸੀਂ ਖੁਰਚ ਦਈਏ ਤਾਂ ਅੰਦਰ ਦਾ ਪਸ਼ੂ ਨਿਕਲ ਆਉਂਦਾ ਹੈ, ਤੇ ਉਹ ਨਿਕਲ ਇਸ ਲਈ ਆਉਂਦਾ ਹੈ ਕਿਉਂਕਿ ਅਸੀਂ ਉਹ ਰਹੇ ਹਾਂ। ਕਿਉਂਕਿ ਉਹ ਜੋ ਗਰੋਥ ਹੈ ਸਾਡੀ, ਉਹ ਜੋ ਆਦਮੀ ਹੋਣਾ ਹੈ, ਉਹ ਉੱਪਰ ਤੋਂ ਤਾਂ ਆ ਗਿਆ, ਪਰ ਅੰਦਰ ਅਜੇ ਵੀ ਪਸ਼ੂ ਮੌਜੂਦ ਹੈ। ਇਸ ਲਈ ਉਹਨੂੰ ਪੁੱਟਣ 'ਚ ਦੇਰ ਨਹੀਂ ਲੱਗਦੀ। ਹਿੰਦੂਆਂ ਨੂੰ ਕਹਿ ਦਿਓ ਕਿ ਹਿੰਦੂ ਧਰਮ ਖਤਰੇ 'ਚ ਹੈ, ਪੁੱਟਿਆ ਜਾਂਦਾ ਹੈ। ਮੁਸਲਮਾਨ ਨੂੰ ਕਹਿ ਦਿਓ ਮੁਸਲਮਾਨ ਧਰਮ ਖਤਰੇ 'ਚ ਹੈ, ਪੁੱਟਿਆ ਜਾਂਦਾ ਹੈ। ਕਿਤੇ ਡੂੰਘਾ ਨਹੀਂ ਜਾਣਾ ਪੈਂਦਾ। ਗੁਜਰਾਤੀ ਆਦਮੀ ਵੀ ਜੋ ਬਿਲਕੁਲ ਭਲਾ ਆਦਮੀ ਦਿਸਦਾ ਹੈ, ਸਫੈਦ ਕੱਪੜੇ ਪਹਿਨੇ ਹੋਏ, ਖਾਦੀ ਪਹਿਨੀ ਹੋਈ, ਉਹ ਵੀ ਉਹੀ ਹੈ। ਉਹ ਵੀ ਸਭ ਸਕਿਨ ਡੀਪ ਹੈ। ਜ਼ਰਾ ਜਿੰਨਾ ਖੁਰਚ ਦਿਓ ਤਾਂ ਅੰਦਰ ਦਾ ਪਸ਼ੂ ਨਿਕਲ ਆਏਗਾ। ਇਹ ਜੋ ਸਾਡੀ ਹਾਲਤ ਹੈ ਉਸ 'ਚ ਸਾਡਾ ਉਹ ਸਭ ਮੌਜੂਦ ਹੈ
ਜੋ ਅਸੀਂ ਕਦੇ ਰਹੇ ਹੋਵਾਂਗੇ। ਉਹਦੀਆਂ ਪਰਤਾਂ ਹਨ ਅੰਦਰ। ਹੋਰ ਜੇਕਰ ਜ਼ਰਾ ਕੁ ਪੁੱਟਿਆ ਜਾਏ ਤਾਂ ਅੰਦਰ ਦੀਆਂ ਪਰਤਾਂ ਤੱਕ ਅਸੀਂ ਪਹੁੰਚ ਸਕਦੇ ਹਾਂ। ਅਸੀਂ ਪੱਥਰ ਦੀ ਪਰਤ ਤੇ ਵੀ ਪਹੁੰਚ ਸਕਦੇ ਹਾਂ, ਉਹ ਵੀ ਸਾਡੀ ਪਰਤ ਹੈ, ਕਿਉਂਕਿ ਬਹੁਤ ਡੂੰਘੇ ਅੰਤਰਮਨ 'ਚ ਅਸੀਂ ਹੁਣ ਵੀ ਪੱਥਰ ਹਾਂ। ਇਸ ਲਈ ਜੇਕਰ ਉੱਥੋਂ ਤੱਕ ਸਾਨੂੰ ਝਰੀਟਿਆ ਜਾਏ ਤਾਂ ਅਸੀਂ ਪੱਥਰ ਵਾਂਗ ਹੀ ਵਰਤਾਅ ਕਰ ਸਕਦੇ ਹਾਂ, ਪਸ਼ੂ ਦੀ ਤਰ੍ਹਾਂ ਵੀ ਵਰਤਾਅ ਕਰ ਸਕਦੇ ਹਾਂ। ਅੱਗੋਂ ਦੀਆਂ ਸਿਰਫ ਸਾਡੀਆਂ ਸੰਭਾਵਨਾਵਾਂ ਹਨ, ਉਹ ਸਾਡੀਆਂ ਪਰਤਾਂ ਨਹੀਂ ਹਨ। ਇਸ ਲਈ ਕਦੇ ਕਦੇ ਛਲਾਂਗ ਲਗਾ ਕੇ ਛੋਹਦੇ ਹਾਂ, ਪਰ ਫਿਰ ਜ਼ਮੀਨ ਤੇ ਵਾਪਸ ਮੁੜ ਆਉਂਦੇ ਹਾਂ। ਉਹ ਸਾਡੀਆਂ ਸੰਭਾਵਨਾਵਾਂ ਹਨ। ਦੇਵਤਾ ਵੀ ਅਸੀਂ ਹੋ ਸਕਦੇ ਹਾਂ, ਪਰ ਅਸੀਂ ਕਦੇ ਰਹੇ ਨਹੀਂ। ਪਰਮਾਤਮਾ ਅਸੀਂ ਕਦੇ ਹੋ ਸਕਦੇ ਹਾਂ, ਪਰ ਜੋ ਅਸੀਂ ਰਹੇ ਹਾਂ ਉਹ ਸਾਡੀ ਹਾਲਤ ਹੈ। ਇਹ ਦੋ ਗੱਲਾਂ ਹਨ, ਜੇਕਰ ਸਾਡੇ ਅੰਦਰ ਥੋੜ੍ਹਾ ਜਿਹਾ ਪੁੱਟਿਆ ਜਾਏ ਤਾਂ ਸਾਡੇ ਅੰਦਰ ਦੀਆਂ ਹਾਲਤਾਂ ਮਿਲ ਜਾਣਗੀਆਂ। ਜੇਕਰ ਸਾਨੂੰ ਹੋਰ ਅੱਗੇ ਪੁੱਟਿਆ ਜਾਏ ਤਾਂ ਸਾਡੀਆਂ ਅੱਗੇ ਦੀਆਂ ਹਾਲਤਾਂ ਦਾ ਅਨੁਭਵ ਹੁੰਦਾ ਹੈ। ਪਰ ਜਿਵੇਂ ਕੋਈ ਆਦਮੀ ਜ਼ਮੀਨ ਤੇ ਛਲਾਂਗ ਲਾਵੇ ਤਾਂ ਇੱਕ ਸਕਿੰਟ ਨੂੰ ਜ਼ਮੀਨ ਦੇ ਬਾਹਰ ਹੋ ਜਾਂਦਾ ਹੈ, ਆਕਾਸ਼ 'ਚ ਹੁੰਦਾ ਹੈ, ਪਰ ਫਿਰ ਵਾਪਸ ਜ਼ਮੀਨ ਤੇ ਖੜਾ ਹੁੰਦਾ ਹੈ। ਇਵੇਂ ਹੀ ਅਸੀਂ ਛਲਾਂਗ ਲਾ ਕੇ ਆਦਮੀ ਹੁੰਦੇ ਰਹਿੰਦੇ ਹਾਂ। ਅਸੀਂ ਕਦੇ ਕਦੇ ਆਦਮੀ ਹੁੰਦੇ ਹਾਂ, ਬਾਕੀ ਅਸੀਂ ਪਿੱਛੇ ਖੜੇ ਹੋ ਜਾਂਦੇ ਹਾਂ। ਮੰਗਤੇ ਤੁਸੀਂ ਦੇਖੇ, ਉਹ ਸਵੇਰੇ ਭੀਖ ਮੰਗਣ ਆਉਂਦੇ ਆ, ਸ਼ਾਮੀ ਨਹੀਂ ਆਉਂਦੇ, ਕਿਉਂਕਿ ਸ਼ਾਮ ਤੱਕ ਆਦਮੀ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਸਵੇਰੇ ਸਵੇਰੇ ਤਾਜ਼ਾ ਆਦਮੀ ਹੁੰਦਾ ਹੈ, ਰਾਤ ਭਰ ਦਾ ਆਰਾਮ ਕੀਤਾ ਹੋਇਆ, ਨਾ ਕੋਈ ਝਗੜਾ, ਨਾ ਕੋਈ ਕਲੇਸ਼, ਨਾ ਗਾਲ, ਨਾ ਦੁੱਪੜ, ਨਾ ਉਪੱਦਰ। ਸਵੇਰੇ ਉੱਠਦਾ ਹੈ, ਤਾਜ਼ਾ ਹੁੰਦਾ ਹੈ, ਭਿਖਾਰੀ ਸਾਹਮਣੇ ਆ ਜਾਂਦਾ ਹੈ ਤਾਂ ਆਸ ਹੁੰਦੀ ਹੈ ਕਿ ਉਹ ਥੋੜਾ ਆਦਮੀਅਤ ਦਾ ਸਲੂਕ ਕਰੇਗਾ। ਪਰ ਸ਼ਾਮੀ ਅਜਿਹੀ ਆਸ ਨਹੀਂ ਹੁੰਦੀ, ਇਸ ਲਈ ਸ਼ਾਮੀ ਭਿਖਾਰੀ ਨਹੀਂ ਆਉਂਦਾ। ਉਹ ਜਾਣਦਾ ਹੈ ਕਿ ਦਿਨ ਭਰ ਦੀਆਂ ਝਰੀਟਾਂ ਨੇ ਆਦਮੀ ਦੇ ਅੰਦਰ ਦੀਆਂ ਪਰਤਾਂ ਨੂੰ ਜਗਾਤਾ ਹੋਏਗਾ। ਦਫ਼ਤਰ ਨੇ, ਦੁਕਾਨ ਨੇ, ਬਾਜ਼ਾਰ ਨੇ, ਦੰਗਾ ਫਸਾਦ ਨੇ, ਅਖਬਾਰ ਨੇ, ਨੇਤਾਵਾਂ ਨੇ ਗੜਬੜ ਕਰ ਦਿੱਤੀ ਹੋਏਗੀ ਤੇ ਉਹ ਅੰਦਰ ਦੀਆਂ ਜੋ ਪਰਤਾਂ ਹਨ ਉਹ ਜਾਗ ਗਈਆਂ ਹੋਣਗੀਆਂ। ਸ਼ਾਮ ਨੂੰ ਕੋਈ ਮੰਗਤਾ ਭੀਖ ਮੰਗਣ ਨਹੀਂ ਆਉਂਦਾ, ਕਿਉਂਕਿ ਸ਼ਾਮ ਨੂੰ ਆਦਮੀ ਥੱਕ ਗਿਆ ਹੁੰਦਾ ਹੈ, ਜਾਨਵਰ ਹੋ ਗਿਆ ਹੁੰਦਾ ਹੈ। ਇਸ ਲਈ ਰਾਤ ਨੂੰ ਜੋ ਕਲੱਬ ਪੈਦਾ ਹੁੰਦੇ ਹਨ ਉਹਨਾਂ 'ਚ ਜਾਨਵਰੀਅਤ ਦਿਖਾਈ ਪੈਂਦੀ ਹੈ। ਇਹਦਾ ਹੋਰ ਕੋਈ ਕਾਰਨ ਨਹੀਂ ਹੈ। ਰਾਤ ਦੇ ਕਲੱਬ, ਨਾਈਟ ਕਲੱਬ, ਜ਼ਰੂਰ ਉਹ ਪਸ਼ੂਆਂ ਦੇ ਰੁਝਾਨਾਂ ਦੇ ਹੋ ਜਾਂਦੇ ਹਨ। ਉਹ ਦਿਨ ਭਰ ਦਾ ਥੱਕਿਆ ਹੋਇਆ ਆਦਮੀ ਆਦਮੀਅਤ ਤੋਂ ਥੱਕ ਜਾਂਦਾ ਹੈ। ਉਹ ਕਹਿੰਦਾ ਸਾਨੂੰ ਪਸ਼ੂ ਚਾਹੀਦਾ ਹੈ, ਸ਼ਰਾਬ ਚਾਹੀਦੀ ਹੈ, ਜੂਆ ਚਾਹੀਦਾ, ਨਾਚ ਚਾਹੀਦਾ, ਨੰਗਾਪਣ ਚਾਹੀਦਾ, ਹੋ ਹੁੱਲੜ ਚਾਹੀਦਾ। ਤਾਂ ਰਾਤ ਦੇ ਜੋ ਕਲੱਬ ਹਨ ਉਹ ਆਦਮੀ ਦੇ ਪਸ਼ੂਪੁਣੇ ਦੇ ਇਰਦ ਗਿਰਦ ਉਸਰੇ ਹੁੰਦੇ ਹਨ। ਇਸ ਲਈ ਪ੍ਰਾਰਥਨਾ ਕਰਨੀ ਹੋਵੇ ਤਾਂ ਸਵੇਰ ਹੀ ਠੀਕ ਹੈ। ਸ਼ਾਮੀ ਜ਼ਰਾ ਸ਼ੱਕ ਹੈ ਕਿ ਪ੍ਰਾਰਥਨਾ ਸੰਭਵ ਹੋ ਸਕੇ। ਇਸੇ ਲਈ ਮੰਦਰ ਸਵੇਰੇ ਘੰਟੀਆਂ ਵਜਾ ਦਿੰਦੇ ਹਨ, ਰਾਤ ਨੂੰ ਕਲੱਬਾਂ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ, ਸ਼ਰਾਬਖਾਨੇ ਖੁੱਲ੍ਹ ਜਾਂਦੇ ਹਨ। ਵੇਸਵਾ ਸਵੇਰੇ ਸਵੇਰੇ ਨਹੀਂ ਸੱਦਾ ਦੇ ਪਾਉਂਦੀ। ਦਿਨ ਭਰ ਦਾ ਥੱਕਿਆ ਹੋਇਆ ਆਦਮੀ ਜਾਨਵਰ ਹੋ ਜਾਂਦਾ ਹੈ। ਇਸ ਲਈ ਰਾਤ ਦੇ ਅਲੱਗ ਧੰਦੇ ਹਨ, ਸਵੇਰ ਦੀ ਅਲੱਗ ਦੁਨੀਆ ਹੈ। ਇਹ ਚਰਚ ਸਵੇਰੇ, ਇਹ ਮਸਜਿਦ ਸਵੇਰੇ ਅਜ਼ਾਨ ਦੇ ਦਿੰਦੀ ਹੈ, ਮੰਦਰ ਸਵੇਰੇ ਘੰਟੀ ਵਜਾ ਦਿੰਦੇ ਆ। ਥੋੜੀ ਜਿਹੀ ਆਸ ਹੈ ਕਿ ਸਵੇਰ ਦਾ ਜਾਗਿਆ ਹੋਇਆ ਆਦਮੀ ਸ਼ਾਇਦ ਪਰਮਾਤਮਾ ਵੱਲ ਜ਼ਰਾ ਅੱਖ ਚੁੱਕ ਲਵੇ। ਸ਼ਾਮ ਨੂੰ ਥੱਕੇ ਹੋਏ ਆਦਮੀ ਤੋਂ ਘੱਟ ਆਸ ਰਹਿ ਜਾਂਦੀ ਹੈ। ਇਸ ਲਈ ਬੱਚਿਆਂ ਤੋਂ ਵੱਧ ਆਸ ਹੁੰਦੀ ਹੈ ਕਿ ਪਰਮਾਤਮਾ ਵੱਲ ਨੂੰ ਝੁਕ ਜਾਣ। ਬੁੱਢਿਆਂ ਤੋਂ ਘੱਟ ਆਸ ਹੁੰਦੀ ਹੈ, ਕਿਉਂਕਿ ਸ਼ਾਮ ਹੈ ਜ਼ਿੰਦਗੀ ਦੀ। ਉਹ ਜ਼ਿੰਦਗੀ ਭਰ ਨੇ ਉਹਨਾਂ ਦਾ ਸਭ ਕੁਝ ਉਘਾੜ ਦਿੱਤਾ ਹੋਏਗਾ, ਸਭ ਉਖੇੜ ਦਿੱਤਾ ਹੋਏਗਾ। ਇਸ ਲਈ ਜਿੰਨੀ ਛੇਤੀ ਹੋ ਸਕੇ, ਜਿੰਨੀ ਸਵੇਰੇ ਹੋ ਸਕੇ, ਉਨੀ ਛੇਤੀ ਯਾਤਰਾ ਤੇ ਨਿਕਲ ਜਾਣਾ ਚਾਹੀਦਾ ਹੈ। ਸ਼ਾਮ ਆਈ ਜਾਏਗੀ। ਇਸ ਤੋਂ ਪਹਿਲਾਂ ਕਿ ਸ਼ਾਮ ਆਵੇ, ਜੇਕਰ ਅਸੀਂ ਯਾਤਰਾ ਤੇ ਨਿਕਲ ਗਏ ਹੋਈਏ ਤਾਂ ਇਹ ਵੀ ਹੋ ਸਕਦਾ ਹੈ ਕਿ ਸ਼ਾਮ ਵੀ ਸਾਨੂੰ ਮੰਦਰ 'ਚ ਪਵੇ। ਤਾਂ ਉਹ ਮਿੱਤਰ ਠੀਕ ਪੁੱਛਦੇ ਹਨ, ਸੰਭਵ ਹੈ ਕਿ ਕੋਈ ਆਦਮੀ ਪਸ਼ੂ ਰਿਹਾ ਹੋਵੇ, ਪੰਛੀ ਰਿਹਾ ਹੋਵੇ। ਧਿਆਨ ਹੀ ਰੱਖਣਾ ਚਾਹੀਦਾ ਹੈ ਕਿ ਅਜੇ ਵੀ ਤਾਂ ਪਸ਼ੂ ਤੇ ਪੰਛੀ ਨਹੀਂ ਹਨ, ਉਹਦਾ ਚੇਤਾ ਰੱਖਣਾ ਜ਼ਰੂਰੀ ਹੈ। ਕੁਝ ਇੱਕ ਦੋ ਸਵਾਲ ਹੋਰ ਹਨ, ਉਹ ਰਾਤੀ ਜਾਂ ਕੱਲ੍ਹ ਸਵੇਰੇ ਗੱਲ ਕਰ ਲਾਂਗੇ। ਹੁਣ ਅਸੀਂ ਸਵੇਰ ਦੇ ਧਿਆਨ ਲਈ ਬੈਠੀਏ। 2-3 ਗੱਲਾਂ ਸਮਝ ਲਓ। ਇੱਕ ਤਾਂ ਪੂਰੀ ਤਰ੍ਹਾਂ ਛੱਡ ਦੇਣਾ ਆਪਣੇ ਆਪ ਨੂੰ। ਜੇਕਰ ਅਸੀਂ ਥੋੜ੍ਹਾ ਜਿਹਾ ਵੀ ਆਪਣੇ ਆਪ ਨੂੰ ਫੜ ਰੱਖਿਆ ਤਾਂ ਫੜਨਾ ਹੀ ਧਿਆਨ 'ਚ ਰੁਕਾਵਟ ਬਣ ਜਾਏਗਾ। ਤੇ ਇਸ ਤਰ੍ਹਾਂ ਛੱਡ ਦੇਣਾ ਜਿਵੇਂ ਅਸੀਂ ਮਰ ਹੀ ਰਹੇ ਹੋਈਏ, ਮਰ ਹੀ ਗਏ ਹੋਈਏ। ਇਸ ਤਰ੍ਹਾਂ ਛੱਡ ਦੇਣਾ ਤੇ ਮੌਤ ਨੂੰ ਸਵੀਕਾਰ ਹੀ ਕਰ ਲੈਣਾ ਕਿ ਆ ਗਈ ਹੈ, ਸਭ ਮਰ ਗਿਆ, ਬਾਕੀ ਤੇ ਅਸੀਂ ਪਿੱਛੇ ਡੁੱਬਦੇ ਚਲੇ ਜਾ ਰਹੇ ਹਾਂ। ਹੁਣ ਤਾਂ ਉਹੀ ਬਚੇਗਾ ਜੋ ਬਚ ਹੀ ਜਾਏਗਾ, ਬਾਕੀ ਅਸੀਂ ਸਭ ਛੱਡ ਦੇਵਾਂਗੇ ਜੋ ਮਰ ਸਕਦਾ ਹੈ। ਇਸ ਲਈ ਮੈਂ ਕਿਹਾ ਹੈ ਕਿ ਮੌਤ ਦਾ ਹੀ ਪ੍ਰਯੋਗ ਹੈ। ਇਸ ਪ੍ਰਯੋਗ ਦੇ 3 ਹਿੱਸੇ ਹਨ। ਪਹਿਲਾ ਸਰੀਰ ਦਾ ਢਿੱਲਾਪਣ, ਦੂਸਰਾ ਸਾਹ ਦਾ ਢਿੱਲਾਪਣ ਤੇ ਫਿਰ ਤੀਸਰਾ ਵਿਚਾਰ ਦਾ ਢਿੱਲਾਪਣ।
ਤਿੰਨਾਂ ਨੂੰ ਛੱਡਦੇ ਚਲੇ ਜਾਣਾ ਹੈ। ਥੋੜ੍ਹੇ ਥੋੜ੍ਹੇ ਫਾਸਲੇ ਤੇ ਬੈਠਦੇ ਜਾਓ। ਹੋ ਸਕਦਾ ਕੋਈ ਡਿੱਗ ਪਵੇ, ਇਸ ਲਈ ਥੋੜ੍ਹਾ ਫਾਸਲਾ ਕਰ ਲਓ। ਕੁਝ ਪਿੱਛੇ ਹਟ ਜਾਓ, ਕੁਝ ਅੱਗੇ ਹਟ ਜਾਓ। ਹਾਂ, ਜ਼ਰਾ ਫਾਸਲੇ ਤੇ ਹੋ ਜਾਓ। ਕੋਈ ਕਿਸੇ ਨੂੰ ਛੂੰਹਦਾ ਹੋਇਆ ਨਾ ਹੋਵੇ, ਨਹੀਂ ਤਾਂ ਫਿਰ ਪੂਰੇ ਸਮੇਂ ਆਪਣੇ ਆਪ ਨੂੰ ਸੰਭਾਲ ਕੇ ਬੈਠਣਾ ਪੈਂਦਾ ਹੈ। ਕਿਸੇ ਤੇ ਡਿੱਗ ਨਾ ਪਾਓ, ਜਾਂ ਕਿਸੇ ਤੇ ਡਿੱਗ ਪਾਓ ਤਾਂ ਉਹਦੀ ਮੁਸੀਬਤ ਹੋ ਜਾਏ। ਸਰੀਰ ਜਦ ਢਿੱਲਾ ਛੁੱਟਦਾ ਹੈ ਤਾਂ ਕੋਈ ਭਰੋਸਾ ਨਹੀਂ, ਡਿੱਗ ਸਕਦਾ ਹੈ, ਪਿੱਛੇ ਡਿੱਗ ਸਕਦਾ ਹੈ। ਜਦ ਤੱਕ ਤੁਸੀਂ ਸੰਭਾਲਿਆ ਹੋਇਆ ਤਦ ਤੱਕ ਭਰੋਸਾ ਹੈ। ਜਦ ਤੁਸੀਂ ਸੰਭਾਲਣਾ ਛੱਡ ਦਿੰਦੇ ਹੋ ਤਦ ਸਰੀਰ ਡਿੱਗ ਹੀ ਜਾਏਗਾ। ਜੇਕਰ ਉਹਨੂੰ ਸੰਭਾਲਣ ਦੇ ਲਈ ਸਮਾਂ ਲਾਉਣਾ ਪਿਆ, ਸ਼ਕਤੀ ਲਾਉਣੀ ਪਈ, ਤਾਂ ਉੱਥੇ ਅਟਕ ਜਾਓਗੇ, ਪਿੱਛੇ ਨਹੀਂ ਜਾ ਸਕੋਗੇ। ਇਸ ਲਈ ਸਰੀਰ ਜਦ ਡਿੱਗਦਾ ਹੋਵੇ ਤਦ ਉਹਨੂੰ ਸੁਭਾਗ ਸਮਝਣਾ, ਉਹਨੂੰ ਇੱਕਦਮ ਛੱਡ ਦੇਣਾ, ਉਹਨੂੰ ਰੋਕਣਾ ਨਹੀਂ, ਕਿਉਂਕਿ ਉਹਨੂੰ ਰੋਕਣ ਤੇ ਉੱਥੇ ਹੀ ਰੁਕਣਾ ਹੋ ਜਾਏਗਾ। ਉਸ ਤੋਂ ਫਿਰ ਅੰਦਰ ਨਹੀਂ ਜਾਣਾ ਪਏਗਾ। ਤੇ ਜੇਕਰ ਕੋਈ ਤੁਹਾਡੇ ਉੱਪਰ ਵੀ ਡਿੱਗ ਪਏ ਤਾਂ ਪਰੇਸ਼ਾਨ ਨਾ ਹੋਣਾ। ਡਿੱਗ ਪਿਆ ਤਾਂ ਡਿੱਗ ਪਿਆ, ਥੋੜ੍ਹੀ ਦੇਰ ਉਹਦਾ ਸਿਰ ਤੁਹਾਡੀ ਗੋਦੀ 'ਚ ਪਿਆ ਰਹਿ ਗਿਆ ਤਾਂ ਕੁਝ ਪਰੇਸ਼ਾਨੀ ਦੀ ਗੱਲ ਨਹੀਂ, ਉਹਨੂੰ ਪਿਆ ਰਹਿਣ ਦਿਓ। ਪਹਿਲੀ ਗੱਲ, ਅੱਖਾਂ ਬੰਦ ਕਰ ਲਓ, ਅੱਖਾਂ ਬੰਦ ਕਰ ਲਓ, ਅੱਖਾਂ ਬੰਦ ਕਰ ਲਓ। ਕਿਸੇ ਨਾਲ ਗੱਲ ਨਹੀਂ ਕਰਨੀ, ਅੱਖਾਂ ਬੰਦ ਕਰ ਲਓ। ਸਰੀਰ ਨੂੰ ਢਿੱਲਾ ਛੱਡ ਦਿਓ, ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦਿਓ, ਜਿਵੇਂ ਉਸ 'ਚ ਕੋਈ ਜਾਨ ਹੀ ਨਹੀਂ ਹੈ। ਆਪਣੀ ਸਾਰੀ ਸ਼ਕਤੀ ਅੰਦਰ ਲੈ ਜਾਓ। ਸਰੀਰ ਦੇ ਤਲ ਤੋਂ ਆਪਣੀ ਸਾਰੀ ਸ਼ਕਤੀ ਅੰਦਰ ਲੈ ਜਾਓ। ਸ਼ਕਤੀ ਅੰਦਰ ਜਾ ਰਹੀ ਹੈ, ਸਰੀਰ ਢਿੱਲਾ ਹੁੰਦਾ ਜਾਏਗਾ। ਹੁਣ ਮੈਂ ਸੁਝਾਅ ਦਿੰਦਾ ਕਿ ਸਰੀਰ ਢਿੱਲਾ ਹੋ ਰਿਹਾ ਹੈ, ਅਜਿਹਾ ਅਨੁਭਵ ਕਰੋ। ਤੇ ਜਿਵੇਂ ਜਿਵੇਂ ਅਨੁਭਵ ਕਰੋਗੇ ਸਰੀਰ ਢਿੱਲਾ ਹੋਏਗਾ, ਢਿੱਲਾ ਹੋਏਗਾ, ਢਿੱਲਾ ਹੋਏਗਾ, ਫਿਰ ਬਿਲਕੁਲ ਲਾਸ਼ ਦੀ ਤਰ੍ਹਾਂ ਪਿਆ ਰਹਿ ਜਾਏਗਾ। ਝੁਕ ਜਾਏ, ਡਿੱਗ ਜਾਏ, ਜੋ ਹੋਵੇ ਹੋਵੇ, ਤੁਸੀਂ ਛੱਡ ਦਿਓ। ਸਰੀਰ ਢਿੱਲਾ ਹੋ ਰਿਹਾ, ਅਨੁਭਵ ਕਰੋ, ਅਨੁਭਵ ਕਰੋ। ਸਰੀਰ ਢਿੱਲਾ ਹੋ ਰਿਹਾ, ਸਰੀਰ ਢਿੱਲਾ ਹੋ ਰਿਹਾ, ਸਰੀਰ ਢਿੱਲਾ ਹੋ ਰਿਹਾ। ਛੱਡ ਦਿਓ, ਬਿਲਕੁਲ ਅੰਦਰ ਹਟ ਜਾਓ। ਜਿਵੇਂ ਕੋਈ ਵਿਅਕਤੀ ਆਪਣੇ ਘਰ ਦੇ ਅੰਦਰ ਚਲਿਆ ਜਾਏ, ਇਸ ਤਰ੍ਹਾਂ ਆਪਣੇ ਅੰਦਰ ਹਟ ਜਾਓ। ਹਟੋ, ਖਿਸਕੋ, ਅੰਦਰ ਹਟ ਜਾਓ। ਸਰੀਰ ਢਿੱਲਾ ਹੋ ਰਿਹਾ, ਸਰੀਰ ਢਿੱਲਾ ਹੋ ਰਿਹਾ, ਸਰੀਰ ਢਿੱਲਾ ਹੋ ਰਿਹਾ, ਸਰੀਰ ਢਿੱਲਾ ਹੋ ਰਿਹਾ। ਛੱਡ ਦਿਓ, ਬਿਲਕੁਲ ਛੱਡ ਦਿਓ, ਬਿਲਕੁਲ ਮੁਰਦੇ ਵਾਂਗ, ਜਿਵੇਂ ਕੋਈ ਪ੍ਰਾਣ ਹੀ ਨਾ ਰਹਿ ਗਏ ਹੋਣ। ਸਰੀਰ ਢਿੱਲਾ ਹੋ ਗਿਆ, 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 ਸਰੀਰ ਬਿਲਕੁਲ ਢਿੱਲਾ ਹੋ ਗਿਆ। ਹੁਣ ਮੈਂ ਮੰਨ ਲਵਾਂ ਕਿ ਤੁਸੀਂ ਬਿਲਕੁਲ ਢਿੱਲਾ ਛੱਡ ਦਿੱਤਾ, ਸਾਰੀ ਪਕੜ ਛੱਡ ਦਿੱਤੀ। ਸਰੀਰ ਡਿੱਗਦਾ ਹੋਵੇ ਡਿੱਗ ਜਾਏ, ਅੱਗੇ ਝੁਕੇ ਝੁਕ ਜਾਏ, ਜੋ ਹੋਣਾ ਹੋਵੇ ਹੋਵੇ, ਤੁਸੀਂ ਛੱਡ ਦਿਓ। ਤੁਹਾਡੀ ਕਿਤੇ ਪਕੜ ਨਾ ਰਹਿ ਜਾਏ। ਅੰਦਰ ਦੇਖ ਲਓ ਕਿ ਮੇਰੀ ਕੋਈ ਪਕੜ ਸਰੀਰ 'ਤੇ ਨਹੀਂ ਹੈ। ਹੁਣ ਮੈਂ ਫੜਿਆ ਹੋਇਆ ਨਹੀਂ ਹੈ, ਹੁਣ ਮੈਂ ਛੱਡ ਦਿੱਤਾ ਹੈ। ਸਰੀਰ ਢਿੱਲਾ ਹੋ ਗਿਆ ਹੈ, ਸਰੀਰ ਢਿੱਲਾ ਹੋ ਗਿਆ ਹੈ। ਸਾਹ ਸ਼ਾਂਤ ਹੋ ਰਿਹਾ ਹੈ, ਸਾਹ ਸ਼ਾਂਤ ਹੋ ਰਿਹਾ ਹੈ। ਅਨੁਭਵ ਕਰੋ, ਸਾਹ ਸ਼ਾਂਤ ਹੋ ਰਿਹਾ ਹੈ, ਸਾਹ ਸ਼ਾਂਤ ਹੋ ਰਿਹਾ ਹੈ, ਸਾਹ ਸ਼ਾਂਤ ਹੋ ਰਿਹਾ। ਬਿਲਕੁਲ ਛੱਡ ਦਿਓ, ਸਾਹ ਨੂੰ ਵੀ ਛੱਡ ਦਿਓ, ਆਪਣੀ ਪਕੜ ਵੀ ਛੱਡ ਦਿਓ। ਸਾਹ ਸ਼ਾਂਤ ਹੋ ਰਿਹਾ ਹੈ, ਸਾਹ ਸ਼ਾਂਤ ਹੋ ਰਿਹਾ ਹੈ, ਸਾਹ ਸ਼ਾਂਤ ਹੋ ਰਿਹਾ ਹੈ, ਸਾਹ ਸ਼ਾਂਤ ਹੋ ਗਿਆ, ਸਾਹ ਸ਼ਾਂਤ ਹੋ ਗਿਆ, ਸਾਹ ਸ਼ਾਂਤ ਹੋ ਗਿਆ। ਵਿਚਾਰ ਵੀ ਸ਼ਾਂਤ ਹੁੰਦੇ ਜਾ ਰਹੇ ਹਨ। ਅਨੁਭਵ ਕਰੋ, ਵਿਚਾਰ ਸ਼ਾਂਤ ਹੋ ਰਹੇ ਹਨ, ਵਿਚਾਰ ਸ਼ਾਂਤ ਹੋ ਰਹੇ ਹਨ, ਵਿਚਾਰ ਸ਼ਾਂਤ ਹੋ ਰਹੇ ਹਨ, ਵਿਚਾਰ ਸ਼ਾਂਤ ਹੋ ਰਹੇ ਹਨ। ਸਾਹ ਛੱਡ ਦਿੱਤਾ, ਵਿਚਾਰ ਵੀ ਛੱਡ ਦਿਓ। ਹਟ ਜਾਓ, ਬਿਲਕੁਲ ਅੰਦਰ ਹਟ ਜਾਓ, ਵਿਚਾਰ ਤੋਂ ਵੀ ਪਿੱਛੇ ਹਟ ਜਾਓ। ਸਭ ਸ਼ਾਂਤ ਹੋ ਗਿਆ, ਸਭ ਸ਼ਾਂਤ ਹੋ ਗਿਆ, ਜਿਵੇਂ ਮਰ ਹੀ ਗਏ। ਬਾਹਰ ਸਭ ਮਰ ਗਏ, ਸਭ ਮਰ ਗਿਆ, ਸਭ ਮਰ ਗਿਆ, ਬਿਲਕੁਲ ਸਭ ਸ਼ਾਂਤ ਹੋ ਗਿਆ। ਅੰਦਰ ਸਿਰਫ ਚੇਤਨਾ ਰਹਿ ਗਈ, ਇੱਕ ਦੀਵਾ ਜਗਦਾ ਰਹਿ ਗਿਆ ਚੇਤਨਾ ਦਾ, ਬਾਕੀ ਸਭ ਮਰ ਗਿਆ। ਛੱਡ ਦਿਓ, ਛੱਡ ਦਿਓ, ਬਿਲਕੁਲ ਛੱਡ ਦਿਓ, ਜਿਵੇਂ ਹੋਈ ਨਹੀਂ, ਬਿਲਕੁਲ ਛੱਡ ਦਿਓ। ਸਰੀਰ ਜਿਵੇਂ ਮਰ ਗਿਆ, ਸਰੀਰ ਹੈ ਹੀ ਨਹੀਂ। ਸਾਹ ਗਿਆ, ਵਿਚਾਰ ਗਏ, ਮੌਤ ਜਿਵੇਂ ਆ ਗਈ। ਹਟ ਜਾਓ, ਬਿਲਕੁਲ ਅੰਦਰ ਹਟ ਜਾਓ। ਛੱਡ ਦਿਓ, ਸਭ ਕੁਝ ਛੱਡ ਦਿਓ, ਬਿਲਕੁਲ ਛੱਡ ਦਿਓ। ਕੋਈ ਪਕੜ ਨਾ ਰੱਖੋ, ਮਰ ਹੀ ਗਏ। ਅਨੁਭਵ ਕਰੋ ਜਿਵੇਂ ਸਭ ਮਰ ਗਿਆ, ਸਭ ਮਰ ਗਿਆ। ਅੰਦਰ ਸਿਰਫ ਇੱਕ ਜੋਤ ਜਗੀ ਰਹਿ ਗਈ, ਹੋਰ ਸਭ ਮਰ ਗਿਆ, ਸਭ ਮਿਟ ਗਿਆ, ਸਭ ਮਿਟ ਗਿਆ। 10 ਮਿੰਟ ਦੇ ਲਈ ਸ਼ੂਨਿਆ 'ਚ ਗੁਆਚ ਜਾਓ।
ਸਾਕਸ਼ੀ ਬਣੇ ਰਹੋ, ਇਸ ਮੌਤ ਨੂੰ ਦੇਖਦੇ ਰਹੋ। ਸਭ ਕੁਝ ਚਾਰੇ ਪਾਸੇ ਮਿਟ ਗਿਆ, ਸਰੀਰ ਵੀ ਛੁੱਟ ਗਿਆ, ਦੂਰ ਰਹਿ ਗਿਆ। ਅਸੀਂ ਹਟ ਗਏ ਹਾਂ, ਹੁਣ ਦੇਖਦੇ ਰਹੋ, ਦ੍ਰਿਸ਼ਟਾ ਬਣੇ ਰਹੋ। 10 ਮਿੰਟ ਦੇ ਲਈ ਸਿਰਫ ਦੇਖਦੇ ਰਹੋ। ਮੌਨ, ਸੰਨਾਟਾ, ਸਾਗਰ ਦਾ ਸ਼ੋਰ ਸ਼ਰਾਬਾ, ਪੰਛੀਆਂ ਦੀਆਂ ਆਵਾਜ਼ਾਂ, ਹਵਾ ਦੀ ਸਰਸਰਾਹਟ, ਹਿਰਦੇ ਦੀਆਂ ਧੜਕਣਾਂ, ਸਭ ਮੌਨ, ਸਭ ਸਥਿਰ ਹੋ ਗਿਆ। ਓਸ਼ੋ ਕੁਝ ਮਿੰਟ ਮੌਨ ਰਹਿ ਕੇ ਫਿਰ ਸੁਝਾਅ ਦੇਣਾ ਸ਼ੁਰੂ ਕਰਦੇ ਹਨ। ਅੰਦਰ ਦੇਖਦੇ ਰਹੋ, ਬਾਹਰ ਸਭ ਮ੍ਰਿਤ ਹੋ ਜਾਏਗਾ। ਛੱਡ ਦਿਓ, ਬਿਲਕੁਲ ਮ੍ਰਿਤ। ਦੇਖਦੇ ਰਹਿ ਜਾਓ, ਸਿਰਫ ਦ੍ਰਿਸ਼ਟਾ ਰਹਿ ਜਾਓ। ਸਭ ਛੱਡ ਦਿਓ, ਜਿਵੇਂ ਮਰ ਹੀ ਗਏ ਹੋ। ਸਰੀਰ ਬਾਹਰ ਮਰ ਗਿਆ ਹੈ, ਸਰੀਰ ਥਿਰ, ਵਿਚਾਰ ਥਿਰ, ਸਿਰਫ ਜੋਤ ਰਹਿ ਗਈ ਅੰਦਰ ਦੇਖਦੀ ਹੋਈ। ਸਿਰਫ ਦ੍ਰਿਸ਼ਟਾ ਰਹਿ ਗਿਆ, ਸਾਕਸ਼ੀ ਰਹਿ ਗਿਆ। ਛੱਡ ਦਿਓ, ਛੱਡ ਦਿਓ, ਬਿਲਕੁਲ ਛੱਡ ਦਿਓ। ਮੌਨ, ਸੁਨਸਾਨ, ਸੰਨਾਟਾ, ਜੋ ਹੁੰਦਾ ਹੈ ਹੋਣ ਦਿਓ, ਬਿਲਕੁਲ ਛੱਡ ਦਿਓ। ਸਿਰਫ ਅੰਦਰ ਦੇਖਦੇ ਰਹਿ ਜਾਓ ਤੇ ਸਭ ਛੱਡ ਦਿਓ, ਸਾਰੀ ਪਕੜ ਛੱਡ ਦਿਓ। ਮਨ ਸ਼ਾਂਤ ਤੇ ਸ਼ੂਨਯ ਹੋ ਗਿਆ। ਮਨ ਬਿਲਕੁਲ ਸ਼ੂਨਯ ਹੋ ਗਿਆ। ਮਨ ਸ਼ਾਂਤ ਤੇ ਸ਼ੂਨਯ ਹੋ ਗਿਆ। ਮਨ ਬਿਲਕੁਲ ਸ਼ੂਨਯ ਹੋ ਗਿਆ। ਥੋੜੀ ਜਿਹੀ ਪਕੜ ਰੱਖੀ ਹੋਵੇ ਤਾਂ ਉਹਨੂੰ ਵੀ ਛੱਡ ਦਿਓ, ਬਿਲਕੁਲ ਛੱਡ ਦਿਓ। ਮਿਟ ਜਾਓ, ਜਿਵੇਂ ਹੋਈ ਨਹੀਂ। ਮਨ ਸ਼ੂਨਯ ਹੋ ਗਿਆ, ਮਨ ਸ਼ਾਂਤ ਤੇ ਸ਼ੂਨਯ ਹੋ ਗਿਆ। ਮਨ ਬਿਲਕੁਲ ਸ਼ੂਨਯ ਹੋ ਗਿਆ। ਅੰਦਰ ਦੇਖੋ, ਅੰਦਰ ਹੋਸ਼ ਨਾਲ ਦੇਖੋ, ਸਭ ਸ਼ਾਂਤ ਹੋ ਗਿਆ। ਸਰੀਰ ਦੂਰ ਰਹਿ ਗਿਆ, ਮਨ ਦੂਰ ਰਹਿ ਗਿਆ, ਸਿਰਫ ਇੱਕ ਜੋਤ ਜਗਦੀ ਰਹਿ ਗਈ। ਚੇਤਨਾ ਦਾ ਇੱਕ ਦੀਵਾ ਰਹਿ ਗਿਆ, ਪ੍ਰਕਾਸ਼ ਰਹਿ ਗਿਆ। ਮੌਨ, ਸੁਨਸਾਨ, ਸਨਾਟਾ। ਹੁਣ ਹੌਲੀ ਹੌਲੀ 2-4 ਡੂੰਘੇ ਸਾਹ ਲਓ। ਸਾਹ ਨੂੰ ਵੀ ਦੇਖਦੇ ਰਹੋ। ਹਰ ਇੱਕ ਸਾਹ ਦੇ ਨਾਲ ਸ਼ਾਂਤੀ ਹੋਰ ਗੂੜੀ ਹੋਏਗੀ। ਹੌਲੀ ਹੌਲੀ 2-4 ਡੂੰਘੇ ਸਾਹ ਲਓ ਤੇ ਅੰਦਰ ਦੇਖਦੇ ਰਹੋ। ਸਾਹ ਦੇ ਵੀ ਦ੍ਰਿਸ਼ਟਾ ਰਹੋ। ਮਨ ਹੋਰ ਵੀ ਸ਼ਾਂਤ ਹੋ ਜਾਏਗਾ। ਹੌਲੀ ਹੌਲੀ 2-4 ਡੂੰਘੇ ਸਾਹ ਲਓ, ਫਿਰ ਹੌਲੀ ਹੌਲੀ ਅੱਖਾਂ ਖੋਲ੍ਹੋ। ਕੋਈ ਡਿੱਗ ਪਿਆ ਹੋਏ ਤਾਂ ਪਹਿਲਾਂ ਡੂੰਘਾ ਸਾਹ ਲਵੋ, ਫਿਰ ਹੌਲੀ ਹੌਲੀ ਉੱਠੋ। ਉੱਠ ਨਾ ਹੁੰਦਾ ਹੋਵੇ ਤਾਂ ਕਾਹਲੀ ਨਾ ਕਰੋ। ਅੱਖਾਂ ਖੋਲ੍ਹਣ ਵਿੱਚ ਵੀ ਜੇਕਰ ਕਿਸੇ ਨੂੰ ਕਠਿਨਾਈ ਹੋਵੇ ਤਾਂ ਕਾਹਲੀ ਨਾ ਕਰੋ। ਪਹਿਲਾਂ ਡੂੰਘਾ ਸਾਹ ਲਓ, ਫਿਰ ਹੌਲੀ ਹੌਲੀ ਅੱਖਾਂ ਖੋਲ੍ਹੋ। ਬਹੁਤ ਲੰਮੇ, ਬਹੁਤ ਹੌਲੀ ਉੱਠੋ। ਝਟਕੇ ਨਾਲ ਕੁਝ ਵੀ ਨਾ ਕਰੋ, ਨਾ ਤਾਂ ਉੱਠੋ, ਨਾ ਅੱਖਾਂ ਖੋਲ੍ਹੋ। ਸਾਡੇ ਸਵੇਰ ਦੀ ਧਿਆਨ ਦੀ ਬੈਠਕ ਸਮਾਪਤ ਹੋਈ। ਧੰਨਵਾਦ।